ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ। ਭਾਸਕਰ ਸਾਹਿਬ ਵੈਲਕਮ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਇੱਕ ਅਹਿਮ ਖਬਰ ਨਿਕਲ ਕੇ ਆ ਰਹੀ ਆ ਕਿ ਕੀ ਕਿਸਾਨਾਂ ਔਰ ਕੇਂਦਰ ਦੇ ਵਿੱਚ ਕਿਸੇ ਖਾਸ ਮੁੱਦੇ ਤੇ ਸਹਿਮਤੀ ਬਣਨ ਵੱਲ ਗੱਲ ਵੱਧ ਗਈ ਆ ਕਿ ਮਾਡਲ ਕਾਨੂੰਨ, ਖੇਤੀ ਕਾਨੂੰਨਾਂ ਨੂੰ ਮਾਡਲ ਕਾਨੂੰਨ ਦੇ ਵਿੱਚ ਬਦਲਣ ਲਈ ਕਿਸਾਨ ਸਹਿਮਤ ਹੋਏ ਆ ਕਿਸੇ ਪੱਧਰ ਤੇ? ਕੀ ਕੇਂਦਰ ਇਸ ਗੱਲ ਲਈ ਮੰਨ ਗਿਆ ਕਿ ਇਹਨਾਂ ਕਾਨੂੰਨਾਂ ਨੂੰ ਮਾਡਲ ਬਣਾਤਾ ਜਾਵੇ, ਜਿਹੜੇ ਸੂਬੇ ਨੂੰ ਵਾਰਾ ਖਾਂਦੇ ਆ ਉਹ ਰੱਖ ਲਏ, ਜਿਹੜਾ ਨਹੀਂ ਲਾਗੂ ਕਰਨਾ ਚਾਹੁੰਦਾ ਉਹਦੇ ਤੇ ਕੋਈ ਪ੍ਰੈਸ਼ਰ ਨਾ ਹੋਵੇ? ਕੀ ਗੱਲ ਐਮਐਸਪੀ ਦੇ ਉੱਤੇ ਆ ਕਿਹੜੀ ਪਈ ਆ? ਸਮਝੌਤੇ ਦੇ ਨੇੜੇ ਤੇੜੇ ਅਪੜ ਗਈਆਂ ਤੋਂ ਬਿਹਤਰ? ਇਹ ਸਵਾਲ ਅੰਦਰੋਂ ਨਿਕਲ ਕੇ ਆ ਰਿਹਾ ਜਿਨ੍ਹਾਂ ਦੇ ਉੱਤੇ ਅੱਗੇ ਬਹਿਸ ਦਰਕਾਰ ਆ। ਆਪਾਂ ਗੱਲ ਕਰਦੇ ਹਾਂ। ਦੂਜੇ ਬੰਨੇ ਅੱਜ ਨਵਜੋਤ ਸਿੰਘ ਸਿੱਧੂ ਨਾਲ ਸੰਬੰਧਿਤ ਦੋ ਖਬਰਾਂ ਤੈਰਦੀਆਂ। ਇੱਕ ਤਾਂ ਸਿੱਧੂ ਵੱਲੋਂ ਮੁੜ ਕੇ ਟਵੀਟ ਦਾ ਆਸਰਾ ਲਿਆ ਗਿਆ ਆਪਣੀ ਗੱਲ ਕਹਿਣ ਲਈ ਕਿ ਪੰਜਾਬ ਤੇ ਵਿੱਤੀ ਹਾਲਤ ਉੱਤੇ ਇੱਕ ਵਾਈਟ ਪੇਪਰ ਦੇ ਦਿਓ, ਇੱਕ ਵਿੱਤੀ ਡਾਕੂਮੈਂਟ ਰਿਲੀਜ਼ ਕਰ ਦਿਓ ਕਿ ਕਿੰਨਾ ਕੁ ਕਰਜ਼ਾ ਹੈ, ਸਾਡੀ ਇਨਕਮ ਕਿੰਨੀ ਆ, ਸਾਡੇ ਖਰਚੇ ਕਿੰਨੇ ਆ। ਲੋਕ ਪੁੱਛਦੇ ਆ ਸਿੱਧੂ ਸਾਹਿਬ ਆਪਣੇ ਮੁੱਖ ਮੰਤਰੀ ਨਾਲ ਬਹਿ ਕੇ ਗੱਲ ਕੰਨ 'ਚ ਕਿਉਂ ਨਹੀਂ ਕਰਦੇ? ਇਹਨੂੰ ਪਬਲਿਕ ਕਰਨ ਦਾ ਮਤਲਬ ਆਪਣੇ ਆਪ ਨੂੰ ਆਪਣਾ ਹੱਥ ਉੱਤੇ ਰੱਖਣਾ ਜਾਂ ਆਪਣੀ ਗੱਲ ਲੋਕਾਂ ਤੱਕ ਵੀ ਲੈ ਕੇ ਜਾਣੀ ਸਰਕਾਰ ਦੇ ਨਾਲ ਨਾਲ? ਤੀਜੀ ਗੱਲ, ਇੱਕ ਵਕੀਲ ਸਾਹਿਬ ਨੇ ਸਿੱਧੂ ਸਾਹਿਬ ਦੇ ਖਿਲਾਫ ਕ੍ਰਿਮੀਨਲ ਕੰਟੈਂਪਟ ਦਾ ਕੇਸ ਜਾਂ ਪਟੀਸ਼ਨ ਦਾਇਰ ਕੀਤੀ, ਉਹ ਵੀ ਹਰਿਆਣੇ ਦੇ ਏਜੀ ਕੋਲੇ, ਐਡਵੋਕੇਟ ਜਨਰਲ ਕੋਲੇ। ਪੰਜਾਬ ਦਾ ਐਡਵੋਕੇਟ ਜਨਰਲ ਨਾ ਹੋਣਾ ਜਾਂ ਪੰਜਾਬ ਦਾ ਐਡਵੋਕੇਟ ਜਨਰਲ ਜਾਂ ਐਡੀਸ਼ਨਲ ਐਡਵੋਕੇਟ ਜਨਰਲ ਉਹਦੀ ਗੈਰ ਹਾਜ਼ਰੀ 'ਚ ਵਾਪਰਿਆ। ਕੀ ਸੱਚਮੁੱਚ ਪੰਜਾਬ ਲਈ ਇਹ ਬਦਕਿਸਮਤੀ ਹੈ ਕਿ ਸਾਡੇ ਕੋਲ ਅਜੇ ਤੱਕ ਆਪਣਾ ਐਡਵੋਕੇਟ ਜਨਰਲ ਵੀ ਨਹੀਂ ਹੈਗਾ? ਦੂਜੀ ਗੱਲ, ਸਿੱਧੂ ਸਾਹਿਬ ਦੇ ਖਿਲਾਫ ਦਾਇਰ ਕੀਤੀ ਗਈ ਪਟੀਸ਼ਨ, ਕੀ ਸੱਚਮੁੱਚ ਪੰਜਾਬ ਦਾ ਇਹ ਸਭ ਤੋਂ ਸੈਂਸਿਟਿਵ ਵਿਸ਼ਾ, ਇਹਦੇ ਨਾਲ ਜੁੜੀ ਹੋਈ, ਪੰਜਾਬ ਦੀ ਧਰਾਤਲ ਨਾਲ ਜੁੜੀ ਹੋਈ ਕੋਈ ਅਸਰ ਵੀ ਪਾਊਗੀ? ਇਹਦੇ ਵੱਡੇ ਅਰਥ ਦੇਖਦੇ ਆ ਜਾਂ ਮਹਿਜ ਇੱਕ ਪ੍ਰਚਾਰ ਦਾ ਸਾਧਨ ਮਾਤਰ ਬਣ ਕੇ ਰਹਿ ਜਾਊਗੀ? ਤਿੰਨ ਵੱਡੇ ਸਵਾਲ ਆ ਭਾਸਕਰ ਸਾਹਿਬ ਮੁੜਾਂ। ਜਿਹੜੇ ਮਾਡਲ ਕਾਨੂੰਨ ਬਣਾਉਣ ਦੀ ਗੱਲ ਹੋ ਰਹੀ, ਖੇਤੀ ਕਾਨੂੰਨਾਂ ਨੂੰ ਕੇਂਦਰੀ ਕਾਨੂੰਨਾਂ ਦੀ ਬਜਾਏ ਮਾਡਲ ਕਾਨੂੰਨ ਦੇ ਵਿੱਚ ਬਦਲ ਦਿਓ। ਹੁਣ ਇਹਦੀ ਪਰਿਭਾਸ਼ਾ ਕੀ ਹੈ ਮੈਨੂੰ ਜ਼ਿਆਦਾ ਨਹੀਂ ਪਤਾ, ਤੁਸੀਂ ਮੈਨੂੰ ਖੋਲ ਕੇ ਦੱਸੋ ਕਿ ਕਾਨੂੰਨ ਜਿੰਨੇ ਮੰਨਣੇ ਮੰਨ ਲੈਣ, ਜਿੰਨੇ ਨਹੀਂ ਮੰਨਣੇ ਨਾ ਮੰਨ ਲੈਣ। ਫਿਰ ਇਹਦਾ ਮਤਲਬ ਕਿ ਵੱਖ-ਵੱਖ ਖੇਤਰਾਂ 'ਚ ਲੜਾਈ ਬਣ ਜਾਊਗੀ। ਪੰਜਾਬ ਗਵਰਨਮੈਂਟ ਤਾਂ ਕੁਦਰਤੀ ਤੌਰ ਤੇ ਲਾਗੂ ਕਰੂਗੀ ਨਹੀਂ ਜੇ ਇੰਜ ਹੁੰਦਾ ਹੈ, ਤੇ ਕੀ ਹਰਿਆਣੇ ਵਾਲੇ ਵੀ ਫਿਰ ਮੰਨ ਜਾਣਗੇ ਜਾਂ ਹਰਿਆਣੇ ਦੇ ਕਿਸਾਨਾਂ ਨੂੰ ਮੁੜ ਕੇ ਸਟਰਗਲ ਕਰਨਾ ਪਊਗਾ? ਕੀ ਸੰਯੁਕਤ ਕਿਸਾਨ ਮੋਰਚਾ ਇਸ ਗੱਲ ਨੂੰ ਧਿਆਨ 'ਚ ਰੱਖੂਗਾ ਕਿ ਇਹ ਲੜਾਈ ਇਕੱਠੀ ਲੜਦੇ ਪਏ ਸਨ, ਲੇਕਿਨ ਕੱਲ ਨੂੰ ਪੰਜਾਬ ਵਾਲੇ ਹਰਿਆਣੇ 'ਚ ਜਾਂ ਯੂਪੀ 'ਚ ਜਾ ਕੇ ਲੜਨਗੇ ਜੇ ਉਹਨਾਂ ਸਰਕਾਰਾਂ ਨੇ ਲਾਗੂ ਕਰਤੇ? ਸਵਾਲ ਵੱਡਾ ਹੈ, ਲੇਕਿਨ ਕਨਸੋ ਪੂਰੀ ਨਿਕਲ ਕੇ ਆ ਰਹੀ ਹੈ ਤੇ ਇਹਦਾ ਕੱਚ ਘਰੜ ਜੋ ਵੀ ਆ ਖੋਲ ਦਿਓ ਜ਼ਰਾ। ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਮਾਡਲ ਜਿਹੜਾ ਕਾਨੂੰਨ ਬਣਾਉਣ ਦੀ ਗੱਲ ਚੱਲ ਰਹੀ ਹੈ, ਉਹਦੇ ਵਿੱਚ ਸਭ ਤੋਂ ਵੱਡਾ ਰੇੜਕਾ ਹਰਿਆਣਾ ਤੇ ਪੰਜਾਬ ਦਾ ਹੀ ਰਹੇਗਾ। ਪੰਜਾਬ ਸਰਕਾਰ ਜਾਂ ਪੰਜਾਬ ਗਵਰਨਮੈਂਟ ਦੀ ਗੱਲ ਕਰੀਏ ਤੇ ਉਹਨਾਂ ਨੇ ਤੇ ਅਸੈਂਬਲੀ ਦੇ ਵਿੱਚ ਪਹਿਲੇ ਹੀ ਇਹ ਬਿੱਲ ਪਾਸ ਕਰਤਾ ਹੈ, ਰੈਜ਼ੋਲੂਸ਼ਨ ਪਾਸ ਕਰਤਾ ਹੈ ਕਿ ਇਹ ਤਿੰਨੋਂ ਕਾਨੂੰਨ ਪੰਜਾਬ ਦੇ ਵਿੱਚ ਇੰਪਲੀਮੈਂਟ ਨਹੀਂ ਹੋਣਗੇ। ਜਿੱਥੇ ਤੱਕ ਹਰਿਆਣਾ ਸਰਕਾਰ ਦੀ ਗੱਲ ਹੈ, ਹਰਿਆਣਾ ਦੇ ਵਿੱਚ ਭਾਜਪਾ ਦੀ ਸਰਕਾਰ ਹੈ, ਉਹ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਜੋ ਹਜੇ ਤੱਕ ਸੁਪਰੀਮ ਕੋਰਟ ਨੇ ਰੱਦ ਕੀਤੇ ਹੋਏ ਨੇ, ਫਿਲਹਾਲ ਉਹ ਜਿਹੜੇ ਕਾਨੂੰਨ ਨੇ ਉਹ ਇੰਪਲੀਮੈਂਟਡ ਨਹੀਂ ਹੈਗੇ, ਪੋਸਟਪੋਨ ਕੀਤੇ। ਉਹ ਨਹੀਂ, ਉਹਨਾਂ ਤੇ ਰੋਕ ਲਾਈ, ਸਟੇ ਕੀਤਾ ਹੋਇਆ ਜੀ, ਇਹ ਕੀਤਾ ਹੋਇਆ। ਔਰ ਉਹ ਅਗਰ ਕਾਨੂੰਨ ਹਰਿਆਣਾ ਸਰਕਾਰ ਲਾਂਦੀ ਹੈ ਤੇ ਫਿਰ ਰੇੜਕਾ ਤੇ ਉੱਥੇ ਦਾ ਉੱਥੇ ਹੀ ਹੈ, ਕਿਉਂਕਿ ਇਹ ਜਿਹੜਾ ਅੰਦੋਲਨ ਹਰਿਆਣਾ ਦੇ ਵਿੱਚ, ਪੰਜਾਬ ਦੇ ਹਰਿਆਣਾ ਦੇ ਵਿੱਚ ਜਿਹੜੇ ਦਿੱਲੀ ਦੇ ਬਾਰਡਰ ਹੈਗੇ ਨੇ, ਉੱਥੇ ਇਹ ਅੰਦੋਲਨ ਚੱਲ ਰਿਹਾ ਔਰ ਉਹਦੇ ਵਿੱਚ ਹਰਿਆਣਾ ਦੇ ਵੀ ਬਹੁਤ ਸਾਰੇ ਕਿਸਾਨ ਉੱਥੇ ਮੌਜੂਦ ਨੇ। ਝੜੂਨੀ ਉਹਨਾਂ ਹਰਿਆਣੇ ਦੇ ਹੋ ਕੇ ਮਿਸ਼ਨ ਪੰਜਾਬ ਚਲਾ ਰਹੇ ਨੇ ਤੇ ਪੰਜਾਬ ਦੇ ਵੀ ਤੇ ਕਿਸਾਨ ਇਸ ਮੁੱਦੇ ਨੂੰ ਲੈ ਕੇ ਹਰਿਆਣਾ ਦੇ ਵਿੱਚ ਕੱਲ ਨੂੰ ਇਲੈਕਸ਼ਨ ਹੁੰਦੇ ਆ ਤੇ ਮਿਸ਼ਨ ਹਰਿਆਣਾ ਵੀ ਚਲਾ ਸਕਦੇ ਨੇ। ਹੁਣ ਗੱਲ ਤੇ ਇੱਥੇ ਖੜੀ ਹੈ ਕਿ ਕਿਸਾਨਾਂ ਨੂੰ ਇਹ ਗੱਲ ਮਨਜ਼ੂਰ ਹੋਏਗੀ ਕਿ ਨਾਲ ਦੇ ਜਿਹੜੇ ਹਰਿਆਣਾ ਦੇ ਵਿੱਚ ਇਹ ਕਾਨੂੰਨ ਇੰਪਲੀਮੈਂਟ ਹੋਣ ਔਰ ਪੰਜਾਬ ਦੇ ਵਿੱਚ ਨਾ ਹੋਣ। ਹੁਣ ਰੇੜਕਾ ਤੇ ਇਹ ਲੱਗਦਾ ਨਹੀਂ ਕਿ ਇਹ ਇੰਨੀ ਸੌਖੀ ਕੋਈ ਗੱਲ ਕਿਸਾਨਾਂ ਦੇ ਨਾਲ ਇਸ ਮੁੱਦੇ ਤੇ ਬਣਨ ਵਾਲੀ ਹੈ। ਇਹਦੇ ਵਿੱਚ ਕੁਝ ਹੋਰ ਰਾਈਡਰ ਵੀ ਲਾਏ ਜਾਣਗੇ। ਫਿਲਹਾਲ ਇਹ ਨਾਰਥਰਨ ਸਟੇਟਸ, ਜਿਨ੍ਹਾਂ ਸਟੇਟਾਂ ਦੇ ਵਿੱਚ ਐਮਐਸਪੀ ਦਿੱਤੀ ਜਾਂਦੀ ਹੈ ਝੋਨੇ ਤੇ ਕਣਕ ਦੇ ਉੱਤੇ, ਸ਼ਾਇਦ ਉੱਥੇ ਇਹ ਕਾਨੂੰਨ ਲਾਗੂ ਨਾ ਹੋਣ, ਕਿਉਂਕਿ ਜਦ ਐਮਐਸਪੀ ਦੇ ਉੱਤੇ ਕਾਨੂੰਨ ਬਣਾਉਣ ਦੀ ਗੱਲ ਆਉਂਦੀ ਹੈ, ਉਹ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਕਈ ਵਾਰ ਡਿਸਕਸ ਕਰ ਚੁੱਕੇ ਹਾਂ। ਜੇ ਕਾਨੂੰਨ ਬਣ ਜਾਂਦਾ ਹੈ ਤੇ ਕਾਨੂੰਨ ਤੇ ਬਣੇਗਾ ਪੂਰੇ ਦੇਸ਼ ਵਾਸਤੇ, ਔਰ ਪੂਰੇ ਦੇਸ਼ ਦੇ ਵਿੱਚ ਝੋਨੇ ਔਰ ਕਣਕ ਦੇ ਉੱਤੇ ਐਮਐਸਪੀ ਦਾ ਜਾਂ ਟੋਟਲ ਖਰੀਦ ਦਾ ਤਕਰੀਬਨ 90% ਜਿਹੜਾ ਹਿੱਸਾ ਹੈਗਾ ਉਹ 6 ਸੂਬਿਆਂ ਨੂੰ ਹੀ ਜਾਂਦਾ ਹੈ।
ਅਗਰ ਇਹ 6 ਸੂਬਿਆਂ ਦੇ ਜਿਹੜੇ 90% ਦੇ ਉੱਤੇ ਪੂਰੇ ਦੇਸ਼ ਦਾ ਹੱਕ ਹੋ ਜਾਏਗਾ ਤੇ ਤਕਰੀਬਨ ਇਹ 90% ਘਟ ਕੇ 40% ਜਾਂ 30-35% ਤੱਕ ਰਹਿ ਜਾਏਗਾ। ਤੇ ਨੁਕਸਾਨ ਕਿਹਨਾਂ ਨੂੰ ਹੋਏਗਾ? ਉਹਨਾਂ 6 ਸਟੇਟਾਂ ਨੂੰ ਜਿਹੜੇ ਇਸ ਐਮਐਸਪੀ ਦੇ ਉੱਤੇ ਕਾਨੂੰਨ ਬਣਾਉਣ ਦੀ ਗੱਲ ਚੱਲ ਰਹੀ ਹੈ। ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਤੇ ਕੇਂਦਰ ਸਰਕਾਰ ਨੇ ਜਾਂ ਕੇਂਦਰ ਸਰਕਾਰ ਦੇ ਜਿਹੜੇ ਮੀਟਿੰਗ ਕਰਨ ਵਾਲੇ ਲੀਡਰ ਹੈਗੇ ਆ, ਉਹਨਾਂ ਨੇ ਕਿਸਾਨਾਂ ਨੂੰ ਸਮਝਾਤੀ ਹੋਏਗੀ। ਜਿੱਥੇ ਤੱਕ ਇਹ ਮਾਡਲ ਕਾਨੂੰਨ ਬਣਾਉਣ ਦੀ ਗੱਲ ਹੈਗੀ ਹੈ, ਉਹਦੇ ਪਿੱਛੇ ਇੱਕ ਹੋਰ ਰਾਈਡਰ ਵੀ ਲੱਗਿਆ ਹੋ ਸਕਦਾ ਹੈ ਕਿ ਵੀ ਇਹਨਾਂ ਸਟੇਟਾਂ ਦੇ ਵਿੱਚ ਇਹ ਕਾਨੂੰਨ ਹਜੇ ਬਿਲਕੁਲ ਵੀ ਲਾਗੂ ਨਹੀਂ ਹੋਏਗਾ, ਔਰ ਲਾਗੂ ਕਰਨ ਤੋਂ ਪਹਿਲੇ ਉਹਨਾਂ ਸਟੇਟਾਂ ਦੇ ਕਿਸਾਨਾਂ ਨੂੰ ਕੌਨਫੀਡੈਂਸ ਵਿੱਚ ਲਿੱਤਾ ਜਾਏਗਾ। ਪਰ ਜੇ ਛੇਤੀ ਕਿਤੇ ਅਸੀਂ ਦੇਖੀਏ, ਜਿਹੜੇ ਕਿਸਾਨ 1 ਸਾਲ ਤੋਂ ਉੱਥੇ ਬੈਠੇ ਨੇ, ਇਹ ਆਪਣੇ ਆਪ ਵਿੱਚ ਹੀ ਜੇ ਇਸ ਗੱਲ ਦੇ ਉੱਤੇ ਕੋਈ ਐਗਰੀਮੈਂਟ ਬਣਦਾ ਹੈ ਤੇ ਇਹ ਜਿਹੜੀ 32-40 ਕਿਸਾਨਾਂ ਯੂਨੀਅਨ ਦੀ ਗੱਲ ਕਰਦੇ ਆ, ਸੰਯੁਕਤ ਕਿਸਾਨ ਮੋਰਚੇ ਦੀ ਗੱਲ ਕਰਦੇ ਆ, ਤੇ ਉਹ ਕੋਈ ਸੰਯੁਕਤ ਨਹੀਂ ਰਹਿਣਾ, ਕਿਉਂਕਿ ਅੱਧੀ ਦੇ ਕਰੀਬ ਯੂਨੀਅਨ ਇਸ ਗੱਲ ਨੂੰ ਨਹੀਂ ਮੰਨ ਰਹੀ। ਇਸ ਗੱਲ ਦਾ ਮੈਨੂੰ ਪਤਾ ਲੱਗਿਆ ਕਿ ਇਹ ਮਾਡਲ ਵਾਲੀ ਜਿਹੜੀ ਮਾਡਲ ਕਾਨੂੰਨ ਦੀ ਗੱਲ ਹੈਗੀ ਆ, ਉੱਥੇ ਚੱਲੀ ਸੀਗੀ, ਪਰ ਕਾਫੀ ਸਾਰੀ ਯੂਨੀਅਨ ਇਹਦੇ ਉੱਤੇ ਯੂਨੈਨਿਮਸਲੀ ਇਕੱਠੀ ਨਹੀਂ ਹੋਈ, ਔਰ ਇਸ ਗੱਲ ਦੇ ਉੱਤੇ ਹਜੇ ਵੀ ਰੇੜਕਾ ਬਣਿਆ ਹੋਇਆ, ਕਿਉਂਕਿ ਐਤਕੀ ਭਾਜਪਾ ਜਿਹੜੀ ਗੱਲ ਕਿਸਾਨਾਂ ਨਾਲ ਕਰ ਰਹੀ ਹੈ, ਉਹ ਵੱਖਰੇ ਵੱਖਰੇ ਲੀਡਰ ਨਾਲ ਵੱਖਰੇ ਤੌਰ ਤੇ ਗੱਲ ਹੋ ਰਹੀ ਹੈ। ਉਹਨਾਂ ਵੱਖਰੀ ਗੱਲਾਂ ਦੇ ਵਿੱਚ ਕੁਝ ਪੋਲੀਟੀਕਲ ਗੱਲਾਂ ਵੀ ਹੈਗੀਆਂ, ਕੁਝ ਉਹਨਾਂ ਨੂੰ ਪੋਲੀਟੀਕਲ ਫਾਇਦੇ ਵੀ ਸਮਝਾਉਣ ਦੀ ਗੱਲ ਚੱਲ ਰਹੀ ਹੈ, ਔਰ ਨਾਲ ਇਹਨਾਂ ਕਾਨੂੰਨਾਂ ਦੇ ਉੱਤੇ ਕਿੰਨਾ ਕੁ ਕੰਪਰੋਮਾਈਜ਼ ਕਿਸਾਨ ਕਰ ਸਕਦੇ ਨੇ ਜਾਂ ਉਹ ਪਾਰਟਿਕੂਲਰ ਲੀਡਰ ਕਰਵਾ ਸਕਦਾ ਹੈ। ਨਹੀਂ, ਸਭ ਤੋਂ ਭਾਸਕਰ ਸਾਹਿਬ, ਸਭ ਤੋਂ ਵੱਡਾ ਮਸਲਾ ਇਹੀ ਹੈ ਕਿ ਜਦੋਂ ਮਾਡਲ ਕਾਨੂੰਨ ਬਣਦਾ ਹੈ ਤਾਂ ਜਿਹੜੀ ਸਟੇਟ ਦੇ ਵਿੱਚ ਤਾਂ ਆਲਰੇਡੀ ਕਿਸਾਨਾਂ ਨੂੰ ਸਮਰਥਨ ਕਰਦੀ ਸਰਕਾਰ ਆ, ਉੱਥੇ ਤਾਂ ਸੌਖਾ ਹੈ, ਸਾਹ ਸੌਖਾ ਹੈ। ਲੇਕਿਨ ਇਹ ਗੱਲ ਬਹੁਤ ਅਹਿਮ ਆ, ਇਹ ਦਿਲਚਸਪ ਆ। ਹੁਣ ਤਾਂ ਕੇਂਦਰ ਦੇ ਖਿਲਾਫ ਲੜਾਈ ਹੋ ਰਹੀ ਹੈ, ਕੇਂਦਰ ਦੇ ਖਿਲਾਫ ਸਾਰੇ ਇਕੱਠੇ ਨੇ, ਦਿੱਲੀ ਦੇ ਬਾਰਡਰਸ ਤੇ ਨੇ। ਲੇਕਿਨ ਜੇ ਹਰ ਸਟੇਟ ਦੇ ਵਿੱਚ ਲੜਾਈ ਲੜਨੀ ਪੈ ਗਈ, ਮੰਨ ਲਓ ਪੰਜਾਬ ਦੇ ਵਿੱਚ ਜਿਹੜੀ ਅੱਜ ਵਾਲੀ ਸਰਕਾਰ ਹੈ ਇਹ ਤਾਂ ਕਹਿੰਦੀ ਹੈ ਜੀ ਠੀਕ ਹੈ, ਜੇ ਕੱਲ ਆਉਣ ਵਾਲੀ ਮੰਨ ਲਓ ਭਾਜਪਾ ਦੀ ਆ ਜਾਏ ਜਾਂ ਕੋਈ ਹੋਰ ਸਰਕਾਰ ਆ ਜਾਏ, ਫਿਰ ਇਹ ਨਵੇਂ ਸਿਰਿਓਂ ਅੰਦੋਲਨ ਹੋਣਗੇ। ਕਾਨੂੰਨ ਤਾਂ ਫਿਰ ਉਹ ਬਣੇ ਰਹਿਣਗੇ, ਉਹ ਸਿਰਫ ਲਾਗੂ ਹੀ ਨਹੀਂ ਹੋਣਗੇ ਜਿਹੜੀ ਸਰਕਾਰ ਨਹੀਂ ਚਾਹੂਗੀ। ਔਰ ਇਹ ਸ਼ਾਇਦ ਕਿਸਾਨ ਜਥੇਬੰਦੀਆਂ ਇੰਨੀਆਂ ਆਸਾਨੀ ਨਾਲ ਨਾ ਮੰਨਣ, ਲੇਕਿਨ ਕੁਝ ਹੱਦ ਤੱਕ ਇਹ ਗੱਲ ਆਈ ਹੈ ਕਿ ਮੋਟੇ ਤੌਰ ਤੇ ਸਹਿਮਤੀ ਬਣਦੀ ਦੇਸੀ। ਐਮਐਸਪੀ ਤਾਂ ਗਵਰਨਮੈਂਟ ਸਾਰੀਆਂ, ਜੇ ਕਾਨੂੰਨੀ ਉਹਨੂੰ ਕਰਨਾ ਹੋਵੇ ਤਾਂ ਸੰਭਵ ਹੀ ਨਹੀਂ ਸ਼ਾਇਦ। ਕਹਿੰਦੇ ਐਮਐਸਪੀ ਕਾਨੂੰਨੀ ਕਰਨ ਨਾਲ ਜਾਂ ਸਾਰੀਆਂ ਜਿੰਨੀਆਂ ਫਸਲਾਂ ਨੋਟੀਫਾਈ ਹੋਈਆਂ ਨੇ, ਜੇ ਉਹਨਾਂ ਦੇ ਉੱਤੇ ਤੁਸੀਂ ਜੇ ਸੰਵਿਧਾਨਕ ਤੌਰ ਤੇ ਬਿੱਲ ਲੈ ਆਉਂਦੇ ਹੋ, ਕਾਨੂੰਨ ਬਣਾ ਦਿੰਦੇ ਹੋ, ਗਰੰਟੀ ਦੇ ਦਿੰਦੇ ਹੋ ਵੀ ਅਸੀਂ ਇਹਨਾਂ ਦੀ ਖਰੀਦ ਕਰਦੇ ਰਵਾਂਗੇ, ਤਾਂ ਸ਼ਾਇਦ ਕੇਂਦਰ ਕੋਲ ਕਹਿੰਦੇ ਇੰਨਾ ਪੈਸਾ ਹੋਵੇ ਹੀ ਨਾ, ਜਾਂ ਇਹ ਸੰਭਵ ਨਾ ਹੋ ਸਕੇ। ਲੇਕਿਨ ਖੈਰ ਮੈਂ ਇਹਦੇ ਤੇ ਖੇਤੀ ਅਰਥਚਾਰੇ ਬਾਰੇ ਬਹੁਤਾ ਨਹੀਂ ਜਾਣਦਾ, ਟੈਕਨੀਕਲੀ ਮੈਨੂੰ ਨਹੀਂ ਪਤਾ। ਐਮਐਸਪੀ ਤੇ ਰੇੜਕਾ ਬਰਕਰਾਰ ਹੈ, ਹਾਲਾਂਕਿ ਅਜੇ ਸਾਲ ਖੰਡ 2 ਸਾਲ ਤੱਕ ਪੰਜਾਬ ਦੇ ਵਿੱਚ ਐਮਐਸਪੀ ਨੂੰ ਲੈ ਕੇ ਬਹੁਤਾ ਖਤਰਾ ਨਹੀਂ, ਪਰ ਮਾਰਥੀ ਇਹ ਮੰਨਦੇ ਆ ਕਿ ਸਿਆਪਾ ਕਿਸੇ ਵੇਲੇ ਵੀ ਪੈ ਸਕਦਾ। ਕੇਂਦਰ ਦੀ ਕੋਈ ਸਰਕਾਰ ਵੀ ਕਹਿ ਸਕਦੀ ਹੈ ਵੀ ਸਟੇਟ ਆਪਣੇ ਤੌਰ ਤੇ ਖਰੀਦ ਲਏ, ਅਸੀਂ ਨਹੀਂ ਖਰੀਦਣਾ, ਤੇ ਇਹ ਸੰਕਟ ਵੱਡੇ ਹੋਣ ਵਾਲੇ ਆ। ਪਰ ਹੁਣ ਜੇ ਭਾਸਕਰ ਸਾਹਿਬ ਥੋੜਾ ਜਿਹਾ ਅੱਗੇ ਜਾਈਏ, ਇਹ ਵੈਸੇ ਮਸਲਾ ਹੱਲ ਤਾਂ ਕੀਤੇ ਬਿਨਾ ਗੁਜ਼ਾਰਾ ਨਹੀਂ। ਸੁਣਿਆ ਬੀਜੇਪੀ ਬਹੁਤ ਕੀਨ ਆ, ਬਹੁਤ ਜ਼ਿਆਦਾ ਉਹਦੀ ਤਵੱਜੋ ਹੈ ਕਿ ਇਹ ਮਾਮਲਾ ਹੱਲ ਹੋ ਜੇ, ਯੂਪੀ ਇਲੈਕਸ਼ਨ 'ਚ ਜਾਣ ਤੋਂ ਪਹਿਲਾਂ ਇਹਨੂੰ ਐਡਰੈਸ ਕਰ ਲਿਆ ਜਾਵੇ। ਔਰ ਪੰਜਾਬ ਦੀ ਇਲੈਕਸ਼ਨ 'ਚ ਵੀ ਉਹਨਾਂ ਦੀ ਦਿਲਚਸਪੀ ਵਧੀ ਹੋਈ ਆ, ਸ਼ਾਇਦ ਇਹਨਾਂ ਖੇਤੀ ਬਿੱਲਾਂ ਤੇ ਗੱਲ ਕੋਈ ਬਣ ਜੇ। ਲੇਕਿਨ ਪੰਜਾਬ ਦੀ ਪੋਲਿਟਿਕਸ ਬੜੀ ਦਿਲਚਸਪ ਦੌਰ 'ਚ ਦਾਖਲ ਹੋ ਗਈ। ਜਿਹੜੇ ਸਿੱਧੂ ਸਾਹਿਬ ਨੇ ਹੁਣ ਸੱਜਰੇ ਟਵੀਟ ਕੀਤੇ ਆ, ਤੁਸੀਂ ਤਾਂ ਉਹਨਾਂ ਨੂੰ ਮੁਲਾਂਕਣ 'ਚ ਲਿਆਂਦਾ ਹੈ। ਪਹਿਲਾਂ ਤਾਂ ਮੈਨੂੰ ਦੱਸੋ ਕਿ ਸਿੱਧੂ ਸਾਹਿਬ ਚਾਹ ਕੀ ਰਹੇ ਆ, ਤੇ ਉਹ ਚਾਹੁੰਦੇ ਹਮੇਸ਼ਾ ਪਬਲਿਕ ਹੋ ਕੇ ਕਿਉਂ ਆ? ਉਹਨਾਂ ਦੀ ਆਪਣੀ ਸਰਕਾਰ, ਤੇ ਉਹ ਸਭ ਤੋਂ ਪੰਜਾਬ ਦੇ ਵਿੱਚ ਕਾਂਗਰਸ ਦੇ ਵੱਡੇ ਆਗੂ ਨੇ ਇਸ ਵੇਲੇ, ਜਿਨ੍ਹਾਂ ਨੂੰ ਮੰਨਿਆ ਜਾਂਦਾ। ਮੁੱਖ ਮੰਤਰੀ ਵੀ ਸਾਹਿਬ ਕਹਿੰਦੇ ਸਾਡੇ ਪ੍ਰਧਾਨ ਸਾਹਿਬ, ਤੇ ਨਾਲ ਹੀ ਉਹ ਮਾਈਕ ਹੌਲੀ ਜਿਹੀ ਉਹਨਾਂ ਵੱਲ ਕਰਦੇ, ਪ੍ਰਧਾਨ ਸਾਹਿਬ ਕੁਝ ਕਹੋਗੇ ਜੀ। ਤੇ ਪ੍ਰਧਾਨ ਸਾਹਿਬ ਕੋਲ ਜਦੋਂ ਮਾਈਕ ਹੈਗਾ ਪਾਰਟੀ ਦਾ ਤੇ ਸਰਕਾਰ ਦਾ ਕਹਿਣ ਲਈ, ਤੇ ਕਹਿਣਾ ਉਹਨਾਂ ਨੂੰ ਆਉਂਦਾ ਹੈ, ਤੇ ਫਿਰ ਉਹ ਟਵਿੱਟਰ ਦੀਆਂ ਕੰਧਾਂ ਕਾਤੋਂ ਲਪੇਟਦੇ ਫਿਰਦੇ ਆ। ਕੀ ਕਹਿੰਦੇ? ਦੇਖੋ, ਆਪਣਾ ਪੁਆਇੰਟ ਜਸਟੀਫਾਈ ਕਰਨ ਵਾਸਤੇ ਸਿੱਧੂ ਸਾਹਿਬ ਟਵਿੱਟਰ ਦਾ ਸਹਾਰਾ ਲੈਂਦੇ ਨੇ, ਭਾਵੇਂ ਉਹ ਏਜੀ ਦਾ ਮੁੱਦਾ ਹੋਏ, ਡੀਜੀਪੀ ਦਾ ਮੁੱਦਾ ਹੋਏ, ਜਾਂ ਹੋਰ ਰੇੜਕੇ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਜਦ ਲੜਾਈ ਲੜੀ ਸੀ, ਤੇ ਉਹਨਾਂ ਨੇ ਮੇਨ ਆਪਣਾ ਮੀਡੀਅਮ ਬਣਾਇਆ ਸੀਗਾ ਟਵਿੱਟਰ ਨੂੰ, ਤੇ ਚੰਨੀ ਉਹਨਾਂ ਦੇ ਨਾਲ ਵੀ ਜਦ ਕਦੀ ਡਿਫਰੈਂਸਿਸ ਆਏ ਤੇ ਉਹ ਟਵਿੱਟਰ ਹੀ ਉਹਨਾਂ ਦੇ ਹਥਿਆਰ ਸੀਗਾ। ਹੁਣ ਉਸ ਟਵਿੱਟਰ ਦੇ ਉੱਤੇ ਹੀ ਜਿਹੜੇ ਨਵੇਂ ਟਵੀਟ ਛੱਡੇ ਨੇ, ਉਹਦੇ ਵਿੱਚ ਪੰਜਾਬ ਦੇ ਵਿੱਚ ਆਰਥਿਕ ਤੰਗੀ ਦੀ ਗੱਲ ਉਹਨਾਂ ਨੇ ਕੀਤੀ ਹੈ। ਔਰ ਜਦ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੀ, ਉਸ ਤੋਂ ਬਾਅਦ ਜਿਹੜੀ ਸਿੱਧੂ ਉਹਨਾਂ ਨੇ ਪ੍ਰੈਸ ਕਾਨਫਰੰਸ ਬੁਲਾਈ ਸੀ, ਉਹਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਤੱਕ ਕਹਿਤੀ ਸੀ, ਜੇ ਹਾਲਾਤ ਫਾਈਨੈਂਸ਼ੀਅਲੀ ਏਦਾਂ ਹੀ ਰਹੇ
ਤੇ ਆਉਣ ਵਾਲੇ ਟਾਈਮ ਵਿੱਚ ਪੰਜਾਬ ਦੇ ਵਿੱਚ ਸਿਵਲ ਵਾਰ ਹੋ ਜਾਏਗਾ। ਔਰ ਸਿਵਲ ਵਾਰ ਕਿਉਂ ਹੋਏਗਾ? 3 ਲੱਖ ਕਰੋੜ ਦਾ ਕਰਜ਼ਾ ਹੈ ਪੰਜਾਬ ਦੇ ਉੱਤੇ, ਕਮਾਈ 40-50 ਹਜ਼ਾਰ ਕਰੋੜ ਵੀ ਨਹੀਂ ਹੈਗੀ। ਤੇ ਇਦਾਂ ਦੇ ਹਾਲਾਤ ਦੇ ਵਿੱਚ ਜੇ ਕਰਜ਼ੇ ਲਾ ਕੇ ਕਰਜ਼ੇ ਦੀ ਕਿਸ਼ਤ ਦੇਣ ਵਾਸਤੇ ਪੰਜਾਬ ਨੂੰ ਹੋਰ ਕਰਜ਼ਾ ਲੈਣਾ ਪਏ ਤੇ ਇਹ ਕਰੀਬ 2-3 ਸਾਲਾਂ ਦੇ ਵਿੱਚ ਇਹ ਤੁਹਾਨੂੰ 5 ਲੱਖ ਕਰੋੜ ਤੱਕ ਵੀ ਪਹੁੰਚ ਜਾਏਗਾ। ਐਡੇ ਕਰਜ਼ੇ ਦੇ ਅੰਦਰ ਅਗਰ ਪੰਜਾਬ ਆ ਜਾਏਗਾ ਤੇ ਉਹਨੂੰ ਤੁਸੀਂ ਵਾਪਸ ਕਿੱਦਾਂ ਕਰੋਗੇ? ਹੁਣ ਕਰਜ਼ਿਆਂ ਦੇ ਮੁੱਦੇ ਦੇ ਉੱਤੇ ਜਦ ਰਾਜਨੀਤੀ ਸ਼ੁਰੂ ਹੁੰਦੀ ਹੈ, ਮੈਨੂੰ ਇੱਕ ਜਗ੍ਹਾ ਤੋਂ ਇੱਕ ਖਬਰ ਮਿਲੀ ਸੀਗੀ ਕਿ ਭਾਜਪਾ ਐਤਕੀ ਪੰਜਾਬ ਦੇ ਵਿੱਚ ਜਦ ਚੋਣਾਂ ਦੇ ਵਿੱਚ ਉਤਰੇਗੀ ਤੇ ਕੁਝ ਏਦਾਂ ਦੇ ਵਾਅਦਿਆਂ ਨਾਲ ਉਤਰੇਗੀ ਕਿ ਜੇ ਕਿਤੇ ਭਾਜਪਾ ਦੀ ਸਰਕਾਰ ਪੰਜਾਬ ਵਿੱਚ ਬਣਾ ਦਿਓ ਤੇ ਆ ਜਿਹੜਾ 3 ਲੱਖ ਕਰੋੜ ਦਾ ਕਰਜ਼ਾ ਹੈਗਾ ਉਹਦੇ ਵਿੱਚੋਂ 2 ਲੱਖ ਕਰੋੜ ਦਾ ਕਰਜ਼ਾ ਉਹ ਕੇਂਦਰ ਸਰਕਾਰ ਮਾਫ ਕਰਨ ਦੀ ਵੀ ਗੱਲ ਕਰੇਗੀ, ਦਮ ਰੱਖਦੀ ਵੀ ਹੈਗੀ ਹੈ। ਪਰ ਏਦਾਂ ਦੇ ਹਾਲਾਤ ਵਿੱਚ ਜੇ ਪੰਜਾਬ ਦੀ ਸਰਕਾਰ ਕਰਜ਼ੇ ਦੇ ਵਿੱਚ ਦਬਦੀ ਰਹੀ ਤੇ ਸਿੱਧੂ ਕਿਸੇ ਨਾ ਕਿਸੇ ਜਗ੍ਹਾ ਆਪਣੇ ਪੁਆਇੰਟ ਨੂੰ ਜਸਟੀਫਾਈ ਕਰ ਰਹੇ ਆ, ਆਪਾਂ ਬਿਜਲੀ ਸਸਤੀ ਕਰਤੀ, ਹੋਰ ਵੀ ਕਈ ਚੀਜ਼ਾਂ ਫ੍ਰੀ ਦੇਣ ਦੀ ਗੱਲ ਕਰ ਰਹੇ ਆ, ਪੈਸੇ ਕਿੱਥੋਂ ਲਿਆਵਾਂਗੇ? ਆਹ ਗੱਲ ਤੇ ਕੋਈ ਵੀ ਘਰ ਚਲਾਉਣ ਵਾਲਾ ਬੰਦਾ ਜੇ ਉਹਦੀ ਇਨਕਮ ਨਹੀਂ ਹੈਗੀ ਔਰ ਗੱਲ ਉਹ ਖਰਚਿਆਂ ਦੀ ਕਰਦਾ ਹੈ ਤੇ ਬੜੀ ਜਸਟੀਫਾਈ ਹੈ। ਔਰ ਆਰਥਿਕ ਤੌਰ ਤੇ ਉਹ ਵਾਈਟ ਪੇਪਰ ਦੀ ਵੀ ਮੰਗ ਕਰ ਰਹੇ ਨੇ ਕਿ ਵੀ ਦੱਸਿਆ ਜਾਏ ਲੋਕਾਂ ਨੂੰ ਕਿ ਸਾਡੀ ਕਮਾਈ ਇੰਨੀ ਹੈ ਤੇ ਖਰਚੇ ਇੰਨੇ ਹੈ। ਔਰ ਜਦ ਤੁਸੀਂ ਲੋਕਾਂ ਨੂੰ ਇਹ ਗੱਲ ਦੱਸੋਗੇ, ਜੇ ਲੋਕਾਂ ਦੇ ਉੱਤੇ ਕੋਈ ਟੈਕਸ ਦਾ ਵੀ ਬੋਝ ਪਾਓਗੇ ਤੇ ਉਹਨਾਂ ਨੂੰ ਸਮਝ ਆਏਗਾ ਕਿ ਸਾਡੇ ਉੱਤੇ ਇਹ ਟੈਕਸ ਕਿਉਂ ਪਾਇਆ ਜਾ ਰਿਹਾ ਹੈ। ਔਰ ਜੋ ਲੋਕਾਂ ਤੋਂ ਇਕੱਠਾ ਕੀਤਾ ਹੋਇਆ ਟੈਕਸ ਦਾ ਪੈਸਾ ਹੈਗਾ ਉਹਨਾਂ ਨੂੰ ਲੋਕਾਂ ਦੇ ਉੱਤੇ ਹੀ ਖਰਚੋ। ਇਸ ਗੱਲ ਦਾ ਵੀ ਇੱਕ ਬੈਲੈਂਸ ਸ਼ੀਟ ਤਿਆਰ ਕਰਕੇ ਤਕਰੀਬਨ ਹਰ 3 ਮਹੀਨੇ ਬਾਅਦ ਕੁਆਟਰਲੀ ਉਹ ਲੋਕਾਂ ਨੂੰ ਦੱਸੀ ਜਾਏ ਤਾਂ ਕਿ ਲੋਕਾਂ ਦਾ ਵਿਸ਼ਵਾਸ ਜਿੱਤਿਆ ਜਾ ਸਕੇ ਔਰ ਲੋਕਾਂ ਨੂੰ ਮਹਿਸੂਸ ਹੋਏ ਕਿ ਸਾਡਾ ਟੈਕਸ ਦੇ ਰੂਪ ਵਿੱਚ ਦਿੱਤਾ ਹੋਇਆ ਪੈਸਾ ਸਾਡੇ ਉੱਤੇ ਹੀ ਜਾਂ ਸਾਡੀ ਡਿਵੈਲਪਮੈਂਟ ਦੇ ਉੱਤੇ ਹੀ ਖਰਚ ਹੋ ਰਿਹਾ ਹੈ। ਗੱਲਾਂ ਤੇ ਬਹੁਤ ਚੰਗੀਆਂ ਹੈਗੀਆਂ, ਪਰ ਸਰਕਾਰਾਂ ਇੱਕ ਵਾਰ ਦਲਜੀਤ ਸਿੰਘ ਚੀਮਾ ਹੋਣਾ ਜਦ ਮੰਤਰੀ ਹੁੰਦੇ ਸੀਗੇ ਤਦ ਵੀ ਮੈਂ ਉਹਨਾਂ ਤੋਂ ਇੱਕ ਸਵਾਲ ਪੁੱਛਿਆ ਸੀਗਾ ਕਿ ਕਰਜ਼ਾ ਇੰਨਾ ਹੈਗਾ ਕਿ ਅਕਾਲੀ ਸਰਕਾਰ ਅਗਰ ਜਿਹੜੇ ਆਪਣੇ ਲੋਨ ਚੁਕਾਉਣ ਵਾਸਤੇ ਸਰਕਾਰੀ ਜ਼ਮੀਨਾਂ ਨੂੰ, ਸਰਕਾਰੀ ਬਿਲਡਿੰਗਾਂ ਨੂੰ ਗਹਿਣੇ ਤੇ ਰੱਖ ਰਹੀ ਹੈ ਤੇ ਇਹਦਾ ਕੀ ਮਤਲਬ ਹੈ? ਉਹਨਾਂ ਦਾ ਜਵਾਬ ਇਹ ਸੀ ਕਿ ਅੱਜ ਤੱਕ 1952 ਤੋਂ ਲੈ ਕੇ ਅੱਜ ਤੱਕ ਕੋਈ ਵੀ ਏਦਾਂ ਦੀ ਸਰਕਾਰ ਨਹੀਂ ਹੈਗੀ ਜਿਹੜੀ ਕਰਜ਼ੇ ਥੱਲੇ ਨਾ ਹੋਏ। ਸਰਕਾਰਾਂ ਦਾ ਕੰਮ ਹੀ ਇਹ ਹੁੰਦਾ ਵੀ ਕਰਜ਼ੇ ਲੈ ਕੇ ਆਪਣੇ ਕੰਮ ਕਰਨਾ। ਔਰ ਇੱਥੇ ਤੱਕ ਕਿ ਤੋਤਾ ਸਿੰਘ ਉਹਨਾਂ ਜਦ ਐਜੂਕੇਸ਼ਨ ਮਿਨਿਸਟਰ ਹੁੰਦੇ ਸੀਗੇ ਤੇ ਟ੍ਰਿਬਿਊਨ ਦੇ ਫਸਟ ਪੇਜ ਤੇ ਇੱਕ ਆਰਟੀਕਲ ਛਪਿਆ ਸੀਗਾ ਕਿ ਫੀਸ ਭਰਨ ਵਾਸਤੇ ਸਕੂਲਾਂ ਦੀ, ਕਾਲਜਾਂ ਦੀ ਹੁਣ ਲੋਨ ਲੈਣਾ ਪਏਗਾ। ਉਹ ਦਿਨ ਆ ਗਿਆ, ਉਹ ਲੋਨ ਹੁਣ ਸ਼ੁਰੂ ਵੀ ਹੋ ਚੁੱਕੇ ਐਜੂਕੇਸ਼ਨ ਲੋਨ ਦੇ ਰੂਪ ਵਿੱਚ, ਭਾਵੇਂ ਬਹੁਤੇ ਲੈਂਦੇ ਨਹੀਂ, ਪਰ ਹਾਲਾਤ ਕੋਈ ਚੰਗੇ ਨਹੀਂ ਹੈਗੇ ਸੂਬੇ ਦੇ ਵੀ ਔਰ ਦੇਸ਼ ਦੇ ਵੀ। ਦੇਸ਼ ਦੇ ਵਿੱਚ ਕਾਨੂੰਨ ਦੀ ਗੱਲ ਕਰਦੇ ਆ, ਐਗਰੀਕਲਚਰ ਕਾਨੂੰਨ ਦੀ ਗੱਲ ਕਰਦੇ ਆ ਤੇ ਇਹ ਗੱਲ ਅਸੀਂ ਕਹਿੰਦੇ ਆ ਕਿ ਦੇਸ਼ ਕੋਲ ਇੰਨਾ ਪੈਸਾ ਹੈਗਾ ਕਿ MSP ਨੂੰ ਕਾਨੂੰਨ ਦੇ ਰੂਪ ਵਿੱਚ ਗਾਰੰਟੀ ਦੇ ਸਕੇ। ਇੱਥੇ ਕਿਸੇ ਨਾ ਕਿਸੇ ਜਗ੍ਹਾ ਆਰਥਿਕ ਤੌਰ ਤੇ ਜਿਹੜਾ ਬੰਦਾ, ਜਿਹੜਾ ਸੂਬਾ, ਜਿਹੜਾ ਦੇਸ਼ ਸੰਭਲ ਕੇ ਨਹੀਂ ਚਲੇਗਾ ਉਹ ਕਿਸੇ ਨਾ ਕਿਸੇ ਜਗ੍ਹਾ ਡੁੱਬ ਜਾਏਗਾ। ਸਾਡੇ ਪੜੋਸੀ ਦੇਸ਼ਾਂ ਦੀ ਹਾਲਤ ਤੁਸੀਂ ਦੇਖ ਹੀ ਚੁੱਕੇ ਹੋ। ਪਾਕਿਸਤਾਨ ਦੇ ਵਿੱਚ ਜਿਹੜੀ ਚੀਨੀ ਇੱਥੇ 40 ਰੁਪਏ ਕਿਲੋ ਹੈ ਉੱਥੇ 200 ਰੁਪਏ ਕਿਲੋ ਹੋ ਗਈ ਹੈ। ਪੈਟਰੋਲ ਦੀ ਕੀਮਤ ਉੱਥੇ 150 ਤੋਂ ਜ਼ਿਆਦਾ ਹੋ ਗਈ ਹੈ। ਏਦਾਂ ਦੇ ਹਾਲਾਤ ਵਿੱਚ ਜੇ ਤੁਸੀਂ ਆਰਥਿਕ ਤੌਰ ਤੇ ਆਪਣੇ ਆਪ ਨੂੰ ਮਜ਼ਬੂਤ ਨਹੀਂ ਕਰੋਗੇ ਤੇ ਇੱਕ ਨਾ ਇੱਕ ਦਿਨ ਤੇ ਮਾਰੇ ਜਾਓਗੇ। ਜੇ ਇਹਦਾ ਅਸਰ ਤੁਹਾਡੇ ਤੇ ਨਹੀਂ ਪਏਗਾ ਤੇ ਆਉਣ ਵਾਲੀ ਨਸਲਾਂ ਦੇ ਤੇ ਪੱਕਾ ਹੀ ਪਏਗਾ। ਸਮਝਦਾਰੀ ਕਰਨਾ। ਔਰ ਸਿੱਧੂ ਉਸ ਸਮਝਦਾਰੀ ਦੀ ਗੱਲ ਅੱਜ ਆਪਣੇ ਇਸ ਸਿਸਟਮ ਦੇ ਵਿੱਚ, ਜਾਂ ਉਹਨਾਂ ਨੇ ਜਿਹੜਾ 13 ਨੁਕਾਤੀ ਪ੍ਰੋਗਰਾਮ ਦਿੱਤਾ ਸੀਗਾ ਉਹਦੇ ਵਿੱਚ 11 ਦੇ ਕਰੀਬ ਇੱਦਾਂ ਦੇ ਮੁੱਦੇ ਹੈਗੇ ਹੈ ਜੋ ਰੈਵਨਿਊ ਜਨਰੇਸ਼ਨ ਦੇ ਉੱਤੇ ਐਮਫਸਾਈਜ਼ ਕਰਦੇ ਨੇ। ਰੈਵਨਿਊ ਜਨਰੇਸ਼ਨ ਜਿੱਦਾਂ ਰੇਤ ਕਾਰਪੋਰੇਸ਼ਨ ਦੀ ਗੱਲ ਅੱਜ ਵੀ ਜਿਹੜੀ ਕੀਤੀ ਗਈ ਨਹੀਂ, ਪਰ ਭਾਸਕਰ ਸਾਹਿਬ ਮੈਂ ਇਸ ਗੱਲ ਤੇ ਖੜਾ ਹੈ ਕਿ ਸਿੱਧੂ ਸਾਹਿਬ ਸਾਹਮਣੇ ਹੁਣ ਮੌਕਾ ਹੈ। ਦੇਖੋ ਚਲੋ ਉਹ ਟਵਿੱਟਰ ਹੀ ਵਰਤਣ, ਭਾਵੇਂ ਫੇਸਬੁੱਕ ਵਰਤਣ, ਭਾਵੇਂ ਉਹ ਆਪਣਾ ਜਿੱਤੇਗਾ ਪੰਜਾਬ ਵਰਤਣ, ਉਹਨਾਂ ਦੀ ਮੌਜ ਆ, ਜਿੱਥੇ ਮਰਜ਼ੀ ਉਹ ਜਾ ਕੇ ਗੱਲ ਕਹਿਣ। ਲੇਕਿਨ ਲੋਕ ਪੁੱਛਦੇ ਆ ਕਿ ਮੌਕਾ ਆ ਗਿਆ ਚੋਣ ਦਾ, ਇਲੈਕਸ਼ਨ ਨਵੀਂ ਆ ਗਈ 2022 ਬਰੂਹਾਂ ਤੇ। ਜੇ ਤੁਸੀਂ ਕੁਝ ਕਹਿਣਾ ਹੈ ਤਾਂ ਫਿਰ ਚੋਣ ਮੈਨੀਫੈਸਟੋ ਦੇ ਰੂਪ ਚ ਕਹਿ ਲਓ। ਤੁਸੀਂ ਹੁਣ ਨਹੀਂ ਕਰ ਸਕਦੇ 1 ਮਹੀਨੇ ਚ ਇੰਪਲੀਮੈਂਟ, ਆਪਣੀ ਪਾਲਿਸੀ ਤੇ ਦਿਖਾ ਸਕਦੇ ਹੋ। ਪਾਲਿਸੀ ਬਣਾਉਣ ਲਈ ਤੁਹਾਡੇ ਕੋਲ ਅਫਸਰ ਮੌਜੂਦ ਆ, ਤੁਹਾਡੇ ਕੋਲ ਵਿਜ਼ਨ ਹੈਗਾ ਤੇ ਟੀਮ ਤੁਹਾਡੀ ਸਰਕਾਰ ਕੋਲ ਹੈਗੀ। ਉਹ ਸਰਕਾਰ ਜਿਹੜੀ ਤੁਹਾਨੂੰ ਮੋੜਦੀ ਨਹੀਂ, ਉਹ ਹਾਈ ਕਮਾਂਡ ਜਿਹੜੀ ਕਹਿੰਦੀ ਸਿੱਧੂ ਸਾਹਿਬ ਨੂੰ ਆਪਾਂ ਅੱਗੇ ਵਧਾਉਣਾ, 2024 ਦੇ ਵਿੱਚ ਅਸੀਂ ਸਾਰੇ ਦੇਸ਼ ਦੇ ਵਿੱਚ ਘਮਾਉਣਾ। ਸਿੱਧੂ ਸਾਹਿਬ ਜੇ ਸੱਚਮੁੱਚ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਕੁਝ ਦੇਣਾ ਹੈ ਤਾਂ ਮੌਕਾ ਹੈ। ਹੁਣ ਤੁਹਾਨੂੰ ਸ਼ਿਕਵੇ ਕਰਨ ਦੀ ਲੋੜ ਨਹੀਂ, ਹੁਣ ਤੁਹਾਨੂੰ ਇਹ ਕਹਿਣ ਦੀ ਲੋੜ ਨਹੀਂ ਕਿ ਆਹ ਪੇਪਰ ਜਾਰੀ ਹੋਵੇ, ਆਹ ਹੋਵੇ। ਹੁਣ ਲੋੜ ਨਹੀਂ ਇਹ ਗੱਲ ਕਹਿਣ ਦੀ।
ਹੁਣ ਤਾਂ ਤੁਹਾਡੇ ਮੁੱਖ ਮੰਤਰੀ ਤੁਹਾਨੂੰ ਸੁਣਦੇ ਆ ਤੇ ਤੁਹਾਡੀ ਮੰਨਦੇ ਆ। ਹੁਣ ਤੁਸੀਂ ਲੋਕਾਂ ਨੂੰ ਇਹ ਦਿਖਾਓ ਕਿ ਅਸੀਂ ਇਹ ਕਰ ਰਹੇ ਹਾਂ। ਅੱਜ ਤੁਸੀਂ 1 ਮਹੀਨੇ ਲਈ ਕਰੋ, ਅੱਜ ਤੁਸੀਂ ਰੋਡ ਮੈਪ ਦੇ ਦਿਓ, ਅੱਜ ਤੁਸੀਂ ਮਾਈਨਿੰਗ ਪਾਲਿਸੀ ਰਿਟਨ ਦੇ ਵਿੱਚ ਨੋਟੀਫਾਈ ਕਰ ਦਿਓ ਆਉਂਦੇ ਅਪ੍ਰੈਲ ਲਈ। ਤੁਸੀਂ ਨਵੇਂ ਵਿੱਤੀ ਵਰ੍ਹੇ ਦੇ ਵਿੱਚ ਜੋ ਦੇਣਾ ਹੈ ਤੁਸੀਂ ਨਹੀਂ ਦਿਓਗੇ, ਕੋਈ ਹੋਰ ਸਰਕਾਰ ਦੇ ਦੇ। ਵੇਟ ਕਾਹਤੋਂ ਕਰਨੀ ਹੈ ਕਿ ਸਿੱਧੂ ਸਾਹਿਬ ਦੇ ਸਿਰ ਤੇ ਤਾਜ ਹੋਵੇ ਤੇ ਫੇਰ ਹੀ ਹੋਵੇ। ਮੈਂ ਕਹਿੰਦਾ ਤੁਹਾਨੂੰ ਤਾਂ ਲੋੜ ਨਹੀਂ, ਤੁਹਾਡਾ 20-30 ਕਰੋੜ ਦਾ ਘਰ ਆ ਆਪਣਾ, ਤੁਹਾਡੇ ਕੋਲ ਪਟਿਆਲੇ 'ਚ ਵਿਰਾਸਤੀ ਘਰ ਐਡਾ ਵੱਡਾ, ਤੁਹਾਡਾ ਆਪਣਾ ਸਾਰਾ ਸਭ ਸੈਟਲ ਆ। ਤੁਸੀਂ ਹੁਣ ਮੇਰੇ ਖਿਆਲ ਉਮਰ ਦੇ 50 ਤੋਂ ਲੰਘ ਗਏ ਹੋ, ਹੁਣ ਮੇਰੇ ਖਿਆਲ ਰਿਟਾਇਰਮੈਂਟ ਦੀ ਵੈਸੇ ਹੀ ਉਮਰ ਆ, ਬਹੁਤੀਆਂ ਲੋੜਾਂ ਬੰਦੇ ਦੀਆਂ ਹੁੰਦੀਆਂ ਨਹੀਂ। ਜੇ ਸਿੱਧੂ ਸਾਹਿਬ ਹੁਣ ਅਹੁਦਿਆਂ ਤੋਂ ਪਰੇ ਰਹਿਣ, ਤੁਸੀਂ ਕਹਿੰਦੇ ਮੈਨੂੰ ਅਹੁਦਿਆਂ ਦੀ ਦੌੜ ਨਹੀਂ, ਇਸ 1 ਮਹੀਨੇ 'ਚ ਸਿਰ ਸੁੱਟ ਕੇ ਸਿਆਸਤ ਨਾ ਕਰੋ। ਵੈਸੇ ਸਿਆਸਤ ਵਿੱਚ ਬੰਦਾ ਹੁੰਦਾ ਸਿਆਸਤ ਕਰਨ ਲਈ, ਫਾਰ ਦਾ ਟਾਈਮ ਬੀਇੰਗ ਛੱਡ ਦਿਓ ਸਾਰੀਆਂ ਗੱਲਾਂ ਤੇ ਨਿੱਠ ਕੇ ਬਹਿ ਜਾਓ। 10 ਕੁ ਮੁੱਦਿਆਂ ਦੇ ਉੱਤੇ ਪਾਲਿਸੀ ਬਣਾ ਦਿਓ ਜਿਹੜੀ ਪੰਜਾਬ ਨੂੰ ਖੜੀ ਕਰਦੀ ਹੋਵੇ। ਤੁਸੀਂ ਕਹਿੰਦੇ ਮੇਰੇ ਕੋਲ ਵਿਜ਼ਨ ਹੈ ਪੰਜਾਬ ਲਈ, ਤੁਸੀਂ ਅਕਸਰ ਦਾਅਵਾ ਕਰਦੇ ਹੋ ਕਿ ਮੇਰੇ ਕੋਲ ਵਿਜ਼ਨ ਪੰਜਾਬ ਹੈ, ਪੰਜਾਬ ਦਾ ਏਜੰਡਾ ਮੇਰੇ ਕੋਲ ਹੈਗਾ, ਤੇ ਉਹ ਏਜੰਡਾ ਉਦੋਂ ਤੱਕ ਹੀ ਕਿਉਂ ਜੇਬ 'ਚ ਪਾ ਕੇ ਰੱਖਣਾ ਜਦੋਂ ਤੱਕ ਤੁਹਾਡੀ ਪਾਵਰ 'ਚ ਦੁਬਾਰਾ ਨਹੀਂ ਆਉਂਦੀ। ਹੁਣ ਤੁਸੀਂ ਪਾਵਰ 'ਚੋਂ ਤੁਸੀਂ ਉਹਨਾਂ 10 ਨੁਕਾਤੀ 13 ਨੁਕਾਤੀ ਨੂੰ ਖੜਾ ਕਰ ਦਿਓ ਕਿ ਮਾਈਨਿੰਗ ਸਾਡੀ ਇਹ ਹੋਏਗੀ, ਇਹਦੇ ਵਿੱਚੋਂ ਸਾਡੇ ਕੋਲ ਇੰਨੀ ਰੇਤਾ ਵਾ, ਇੰਨਾ ਸਾਨੂੰ ਮੁਨਾਫਾ ਹੋਏਗਾ ਤੇ ਲੋਕਾਂ ਨੂੰ ਇੰਨੇ ਘੱਟ ਰੇਟ ਤੇ ਮਿਲੂਗੀ। ਆਪਣਾ ਮੁਨਾਫਾ ਵੀ ਦੱਸੋ ਨਾ। ਤੁਸੀਂ ਲਿਕਰ ਕਾਰਪੋਰੇਸ਼ਨ ਦੀ ਗੱਲ ਕਰਦੇ ਹੋ, ਦੱਸੋ ਨਾ ਪੰਜਾਬ ਦੇ ਵਿੱਚ ਕਿੰਨੀ ਖਪਤ ਹੈ, ਕਿੰਨੀ ਦਾਰੂ ਲੱਗਦੀ ਆ, ਕਿੰਨੀ ਮਿਡਲਮੈਨ ਨੂੰ ਜਾਂਦੇ ਆ ਪੈਸੇ, ਸਰਕਾਰ ਦੇ ਖਾਤੇ 'ਚ ਕਿੰਨੀ ਕੁ ਲੀਕੇਜ ਆ। ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਲੀਅਰ ਕਰ ਦਿਓ। ਤੁਹਾਡੇ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਅਥਾਹ ਪੈਸਾ ਆ ਸਕਦਾ। ਤੁਸੀਂ ਡੀਸੀ ਰੇਟਸ ਨੂੰ ਰਿਵਾਈਜ਼ ਕਰ ਦਿਓ, ਲੋਕ ਥੋੜੇ ਪੈਸੇ ਬਚਾਉਣ ਲਈ। ਔਰ ਕਿੰਨੀ ਸਾਰੀ ਇਸ ਵੇਲੇ ਜੋ ਸਥਿਤੀ ਹੈ ਰੈਵਨਿਊ ਡਿਪਾਰਟਮੈਂਟ 'ਚ ਕੀ ਹੋ ਰਿਹਾ ਤੁਹਾਨੂੰ ਵੀ ਪਤਾ ਹੈ। ਤੁਹਾਨੂੰ ਇਹ ਵੀ ਪਤਾ ਹੈ ਕਿ ਤੁਹਾਡੇ ਜਿਹੜੇ ਵੈਟ ਨਾਲ ਸੰਬੰਧਿਤ ਮਾਮਲੇ ਆ ਉਹ ਵੀ ਸਪਸ਼ਟ ਨਹੀਂ ਹੈਗੇ ਬੜੇ ਥਾਵਾਂ ਤੇ। ਸੋ ਖੁੱਲ ਕੇ ਚੱਲਣ ਦੀ ਲੋੜ ਆ। ਤੁਹਾਡੀਆਂ ਸਥਾਨਕ ਸਰਕਾਰਾਂ ਕੋਲ ਬੜੇ ਪੈਸੇ ਹੈਗੇ ਆ, ਤੁਹਾਡੀਆਂ ਮਿਊਨਿਸਪਲ ਕਾਰਪੋਰੇਸ਼ਨਸ ਕੋਲ ਹੋਰ ਪੈਸੇ ਹੋ ਸਕਦੇ ਆ। ਸਿੱਧੂ ਸਾਹਿਬ, ਪੰਜਾਬ ਦਾ ਏਜੰਡਾ ਲਾਗੂ ਕਰਨ ਲਈ ਤੁਹਾਡੇ ਕੋਲ ਮੌਕਾ, ਇਸ ਵੇਲੇ ਤੁਸੀਂ ਪਾਵਰਫੁਲ ਹੋ, ਤੁਸੀਂ ਸਾਰੇ ਵਿਰੋਧੀ ਚਿੱਤ ਕਰ ਲਿਆ ਤੇ ਹੁਣ ਸਿਰਫ ਕਹਿ ਕੇ ਨਾ ਸਾਰੋ। ਕੀ ਕਹਿੰਦੇ ਹੋ ਭਾਸਕਰ ਸਾਹਿਬ? ਬਿਲਕੁਲ ਤੁਹਾਡੀ ਗੱਲ ਇੰਨੀ ਕੁ ਢੁਕਵੀਂ ਹੈਗੀ ਹੈ। ਜੇ ਸਿੱਧੂ ਹੋਣਾ ਇਸ ਗੱਲ ਨੂੰ ਸੁਣ ਰਹੇ ਹੋਣੇ ਤੇ ਉਹਨਾਂ ਨੂੰ ਇਸ ਗੱਲ ਦੇ ਉੱਤੇ ਮਜਬੂਰ ਹੋਣਾ ਪੈਣਾ ਹੈ ਕਿ ਵੀ ਜਿਹੜਾ ਤੁਸੀਂ ਏਜੰਡਾ, ਜਿਹੜੇ ਤੁਸੀਂ ਬਲੂ ਪ੍ਰਿੰਟ ਦੀ ਗੱਲਾਂ ਲੋਕਾਂ ਦੇ ਨਾਲ ਕਰਦੇ ਹੋ, ਉਹਨੂੰ ਹੁਣ ਜੇਬ ਤੋਂ ਕੱਢਣ ਦਾ ਟਾਈਮ ਆ ਗਿਆ। ਹਾਲਾਂਕਿ ਉਹਨਾਂ ਨੇ ਜੇਬ ਤੋਂ ਕੱਢਣਾ ਤੇ ਹੈਗਾ, ਪਰ ਉਹਨਾਂ ਨੇ ਉਹ ਪਾਰਟੀ ਮੈਨੀਫੈਸਟੋ ਦੇ ਰੂਪ ਵਿੱਚ ਕੱਢਣਾ ਹੈ। ਔਰ ਐਤਕੀ ਪਾਰਟੀ ਮੈਨੀਫੈਸਟੋ ਸਿੱਧੂ ਮੈਨੀਫੈਸਟੋ ਹੋ, ਇਹਦੀ ਵੀ ਕੋਸ਼ਿਸ਼ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਹੈਗੀ ਹੈ। ਔਰ ਉਹਨਾਂ 13 ਨੁਕਾਤੀ ਪ੍ਰੋਗਰਾਮ ਦੇ ਉੱਤੇ ਮੈਨੀਫੈਸਟੋ ਤਿਆਰ ਹੋਏ, ਕਿਉਂਕਿ ਉਹ ਅਕਸਰ ਬਾਰ-ਬਾਰ ਇਹ ਗੱਲ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਮੈਂ ਬਹੁਤੇ ਵਾਅਦੇ ਨਹੀਂ ਕਰਦੇ ਤੇ ਮੈਂ ਥੋੜੀ ਜੀ ਗੱਲਾਂ ਕਰਨੀਆਂ ਮੈਨੀਫੈਸਟੋ ਦੇ ਵਿੱਚ, ਔਰ ਉਸ ਮੈਨੀਫੈਸਟੋ ਨੂੰ ਇੰਪਲੀਮੈਂਟ ਕਿੱਦਾਂ ਕਰਨਾ ਹੈ, ਮੇਰਾ ਜ਼ੋਰ ਉਹਦੇ ਉੱਤੇ ਹੋਏਗਾ। ਹੁਣ ਤੁਹਾਡੀ ਗੱਲ ਇਹ ਵੀ ਠੀਕ ਹੈ ਕਿ ਅਗਰ ਵਾਕਈ ਤੁਹਾਡੇ ਕੋਲ ਪੰਜਾਬ ਦੀ ਭਲਾਈ ਵਾਸਤੇ ਇੱਕ ਬਲੂਪ੍ਰਿੰਟ ਤਿਆਰ ਪਿਆ ਤੇ ਉਹਨੂੰ ਤੁਸੀਂ ਹਜੇ ਤੋਂ ਕਿਉਂ ਨਹੀਂ ਇੰਪਲੀਮੈਂਟ ਕਰਾਂਦੇ? ਕਿਉਂ ਨਹੀਂ ਚੰਨੀ ਬਾਈ ਤੋਂ ਆਹ ਗੱਲ ਕਲਵਾਉਂਦੇ ਕਿ ਵੀ ਜੇ ਅਗਲੀ ਵਾਰ ਸਾਡੀ ਸਰਕਾਰ ਆਈ ਤੇ ਅਸੀਂ ਰੇਤ ਕਾਰਪੋਰੇਸ਼ਨ ਹੈ, ਜਿਹੜੀ ਤੁਸੀਂ ਲਿਕਰ ਵਾਲੀ ਗੱਲ ਕੀਤੀ ਹੈ, ਉਹਦੇ ਵਿੱਚ ਮੈਕਸਿਮਮ ਲੀਕੇਜ ਹੈ। ਸਿੱਧੂ ਨਾ ਇਹ ਤੇ ਬਹੁਤ ਵਾਰ ਦੱਸਦੇ ਨੇ ਕਿ ਤੇਲੰਗਾਨਾ ਦੇ ਵਿੱਚ ਆ ਜਿਹੜੀ ਲਿਕਰ ਕਾਰਪੋਰੇਸ਼ਨ ਬਣੀ ਜਾਂ ਚੇਨਈ ਦੇ ਵਿੱਚ ਲਿਕਰ ਕਾਰਪੋਰੇਸ਼ਨ ਬਣੀ ਤੇ ਉਹਦੇ ਨਾਲ ਉਹਨਾਂ ਦੀ 25,000 ਕਰੋੜ ਰੁਪਏ ਕਮਾਈ ਵੱਧ ਗਈ। ਪਰ ਪੰਜਾਬ ਦੇ ਵਿੱਚ ਇਹ ਕਮਾਈ ਕਿਉਂ ਨਹੀਂ ਹੋ ਪਾ ਰਹੀ? ਕਿਉਂਕਿ ਉਹ ਪਲਗਿੰਗ ਵੀ ਕਰਨੀ ਪਏਗੀ। ਔਰ ਕਿਹਾ ਜਾਂਦਾ ਹੈ ਵੀ ਭਾਵੇਂ ਉਹ ਲਿਕਰ ਬਿਜ਼ਨਸ ਹੋਏ, ਭਾਵੇਂ ਉਹ ਸੈਂਡ ਮਾਫੀਆ ਹੋਏ ਜਾਂ ਜਿਹੜਾ ਮਰਜ਼ੀ ਮਾਫੀਆ ਦੀ ਗੱਲ ਕਰ ਲਓ, ਉਹਨਾਂ ਦੇ ਵਿੱਚ ਪੋਲੀਟੀਸ਼ੀਅਨਸ ਹੀ ਮੌਜੂਦ ਹੈਗੇ ਨੇ ਔਰ ਉਹਦੇ ਵਿੱਚ ਬੜੇ ਸਾਰੇ ਕਾਂਗਰਸੀ ਵੀ ਹੈਗੇ ਨੇ। ਇੱਦਾਂ ਦੇ ਹਾਲਾਤ ਵਿੱਚ ਸਿੱਧੂ ਹੋਣਾ ਬੇਈਮਾਨਾਂ ਦੇ ਟੋਲੇ ਨੂੰ ਇਮਾਨਦਾਰ ਬਣ ਕੇ ਹੈੱਡ ਕਿੱਦਾਂ ਕਰਨਗੇ? ਇਸ ਗੱਲ ਦੇ ਉੱਤੇ ਵੀ ਉਸ ਮੈਨੀਫੈਸਟੋ ਦੇ ਵਿੱਚ ਕੋਈ ਜ਼ਿਕਰ ਕਰਨਾ ਚਾਹੀਦਾ ਉਹਨਾਂ ਨੂੰ ਕਿ ਵੀ ਕਿੱਦਾਂ ਆਇਆ ਹੋਏਗਾ ਪੋਸੀਬਲ। ਭਾਸਕਰ ਸਾਹਿਬ, ਆਪਾਂ ਇੱਕ ਲਫ਼ਜ਼ ਤੁਹਾਡਾ ਬਾਹਰ ਕੱਢਣਾ ਹੈ। ਆਪਾਂ ਇਹਨਾਂ ਨੂੰ ਬੇਈਮਾਨਾਂ ਦਾ ਟੋਲਾ ਨਹੀਂ ਕਹਿਣਾ ਜਿੰਨਾ ਚਿਰ ਸਬੂਤ ਜਾਂ ਆਪਾਂ ਤੁਸੀਂ ਇਹ ਨਹੀਂ ਦਾਅਵਾ ਕਰ ਸਕਦੇ ਕਿ ਇਹ ਸਾਰੇ ਦੇ ਸਾਰੇ, ਕੋਈ ਹੋ ਸਕਦੇ ਆ ਸਾਰਿਆਂ ਚ ਬਹੁਤ ਚੰਗੇ ਵੀ ਹੋਣਗੇ ਤੇ ਬਹੁਤ ਮਾੜੇ ਵੀ ਹੋਣਗੇ। ਆਪਾਂ ਸਾਰਿਆਂ ਨੂੰ ਇੱਕ ਰੱਸੇ ਨਹੀਂ ਬੰਨਣਾ। ਇੱਕ ਸਵਾਲ ਬੜਾ ਆਇਆ ਮਾ, ਤੁਸੀਂ ਚੰਡੀਗੜ੍ਹ ਦੇ ਆਲੇ ਦੁਆਲੇ 20 ਕਿਲੋਮੀਟਰ 30 ਕਿਲੋਮੀਟਰ ਚ ਘੁੰਮ ਜਾਓ ਔਰ ਜਿੰਨਾ ਪੰਜਾਬ ਵਾਲੇ ਏਰੀਏ ਨੂੰ ਦੇਖ ਲਓ, ਹਰਿਆਣੇ ਨੂੰ ਛੱਡ ਲਓ, ਜੋ ਕੁਝ ਨਵੀਂ ਤੋਂ ਨਵੀਂ ਕੰਸਟਰਕਸ਼ਨ ਹੋਈ ਆ, ਜਿੰਨਾ ਨਵੇਂ ਤੋਂ ਨਵਾਂ ਏਰੀਆ ਉਸਰਿਆ, ਉੱਥੇ ਜ਼ਮੀਨਾਂ ਦੇ ਭਾਅ ਤੇ ਉੱਥੇ ਹੁੰਦੀਆਂ ਰਜਿਸਟਰੀਆਂ, ਹੁੰਦੇ ਐਗਰੀਮੈਂਟ, ਅਪਾਰਟਮੈਂਟਸ ਦੇ ਐਗਰੀਮੈਂਟ
ਜਿਹੜੀਆਂ ਸ਼ੋਰੂਮਸ ਤੇ ਐਗਰੀਮੈਂਟ, ਲੀਜ਼ ਜਿਹੜੀਆਂ ਹੁੰਦੀਆਂ, ਉੱਥੋਂ ਦੇ ਰੈਵਨਿਊ ਦੇ ਵਿੱਚ ਉੱਥੋਂ ਦੇ ਕ੍ਰਾਈਮ ਦੇ ਬਿਲਡਰਸ ਦੇ ਉੱਤੇ ਹੁੰਦੇ ਪਰਚੇ, ਉਹ ਪਰਚਿਆਂ ਦੇ ਬਾਵਜੂਦ ਕਿਸੇ ਦੀ ਗ੍ਰਿਫਤਾਰੀ ਨਹੀਂ ਹੁੰਦੀ। ਉੱਥੇ ਜਿੰਨਾ ਟੈਕਸਾਂ ਦਾ ਜਮ੍ਹਾਂ ਘਟਾਓ ਹੁੰਦਾ ਹੈ। ਸਿੱਧੂ ਸਾਹਿਬ, ਤੁਹਾਡੇ ਕੋਲੇ ਸਥਾਨਕ ਸਰਕਾਰਾਂ ਦਾ ਮਹਿਕਮਾ ਰਿਹਾ, ਤੁਹਾਨੂੰ ਥੋੜਾ ਬਹੁਤਾ ਤਾਂ ਅੰਦਾਜ਼ਾ ਹੋਊਗਾ। ਕਦੇ ਨਿੱਠ ਕੇ ਵੇਖੋ ਕਿ ਚੰਡੀਗੜ੍ਹ ਦੇ ਆਲੇ ਦੁਆਲੇ 'ਚ ਕੰਕਰੀਟ ਦਾ ਜੰਗਲ ਉਸਰ ਗਿਆ ਤੇ ਉਹਦੇ ਵਿੱਚੋਂ ਕਿੰਨੀ ਕੁ ਗਵਰਨਮੈਂਟ ਦੀਆਂ ਜੇਬ 'ਚ ਪੈਸੇ ਆਏ ਆ। ਜਿੰਨਾ ਕੁ ਉੱਥੇ ਬਿਜ਼ਨਸ ਹੁੰਦਾ ਜਾਂ ਬਿਜ਼ਨਸ ਦੇ ਨਾਂ ਦੇ ਉੱਤੇ ਕਾਲਾ ਬਾਜ਼ਾਰੀ ਹੈ, ਕਦੇ ਉਧਰ ਨਜ਼ਰ ਤਾਂ ਮਾਰ ਕੇ ਦੇਖੋ। ਆਪਣੇ ਜਿੰਨੇ ਥੋੜਾ ਤੰਤਰ ਹੈ, ਜਿੰਨੇ ਬਾਬੂਸ਼ਾਹੀ ਆ, ਕਦੇ ਉਹਨਾਂ ਨੂੰ ਨਿੱਠ ਕੇ ਐਡਰੈਸ ਤਾਂ ਕਰੋ। ਉਹਨਾਂ ਨੂੰ ਕਹੋ ਤਾਂ ਸਹੀ, ਇੱਕ ਵਾਰੀ ਸਾਰੇ ਪਾਸੇ ਚੈੱਕ ਕਰਕੇ ਤਾਂ ਆਓ। ਹਰ ਜਗ੍ਹਾ ਰਾਹਤ ਦੇ ਦਿਓਗੇ, ਵਨ ਟਾਈਮ ਸੈਟਲਮੈਂਟ ਕਰ ਦਿਓਗੇ, ਬਹੁਤ ਸਾਰੀਆਂ ਚੀਜ਼ਾਂ ਕਰੀ ਜਾਓਗੇ, ਕਿਵੇਂ ਸੰਭਵ ਆ? ਜੇ ਕਿਸੇ ਕੋਲ ਸਰਮਾਇਆ ਹੈਗਾ ਤੇ ਉਹ ਸਰਕਾਰ ਦਾ ਸਰਮਾਇਆ ਵੀ ਖਾਂਦਾ ਹੈ, ਬਿਜ਼ਨਸ ਵੀ ਕਰਦਾ ਹੈ, ਤੁਹਾਡੇ ਸਰੋਤ ਵੀ ਮਾਣਦਾ ਹੈ, ਇਹ ਕੌਣ ਰੋਕੂਗਾ? ਇਹ ਮੈਂ ਤਾਂ ਨਹੀਂ ਰੋਕ ਸਕਦਾ, ਭਾਸਕਰ ਸਾਹਿਬ ਤਾਂ ਨਹੀਂ ਰੋਕ ਸਕਦੇ। ਸਿੱਧੂ ਸਾਹਿਬ, ਪਹਿਲੀ ਸਰਕਾਰ ਤੁਸੀਂ ਛੱਡ ਗਏ ਸੀ ਤੇ ਐਤਕਾਂ ਸਰਕਾਰ ਤੁਹਾਡੇ ਇਸ਼ਾਰੇ ਤੇ ਚੱਲਦੀ ਆ। ਜੇ ਕੁਝ ਕਰਨਾ ਹੈ ਤਾਂ ਸੱਚਮੁੱਚ ਪ੍ਰੈਕਟੀਕਲ ਕਰੋ। ਇਹ 10-5 ਰੁਪਏ ਦੇ ਫਾਇਦੇ ਦੇ ਕੇ ਨਾ ਜੀ ਤੇ ਹਜ਼ਾਰਾਂ ਕਰੋੜ ਦਾ ਬੇਅਸਰ ਨਾ ਕਰੋ ਢਾਂਚਾ। ਪੰਜਾਬ ਬਚਾਉਣ ਲਈ ਨਿੱਠ ਕੇ ਫੈਸਲੇ ਲੈਣੇ ਤੇ ਸਖਤ ਹੋਣਾ ਪੈਣਾ, ਤੇ ਸਖਤ ਹੋਣ ਲਈ ਸਭ ਤੋਂ ਪਹਿਲਾਂ ਆਪਣੇ ਨਾਰਾਜ਼ ਕਰਨੇ ਪੈਣੇ ਉਹ ਐਮਐਲਏ, ਉਹ ਪਾਵਰਫੁਲ ਲੋਕ ਜਿਹੜੇ ਇਹਨਾਂ ਕਾਰੋਬਾਰਾਂ ਦੇ ਵਿੱਚ ਮੁਲਵਸ ਨੇ, ਜਿਨ੍ਹਾਂ ਨੂੰ ਸਭ ਤੋਂ ਵੱਧ ਸੇਕ ਲੱਗਣਾ ਹੈ ਤੇ ਜਿਨ੍ਹਾਂ ਨੇ ਫਿਰ ਆਪਣੀ ਸਰਕਾਰ ਦੇ, ਆਪਣੀਆਂ ਮੰਤਰੀਆਂ ਦੇ ਦੁਆਲੇ ਜਾ ਕੇ ਹੋਣਾ ਹੈ ਕਿ ਨਹੀਂ ਪਈ ਅਸੀਂ ਲੋਕਾਂ 'ਚ ਜਾਣਾ, ਕਿਵੇਂ ਜਾਵਾਂਗੇ? ਪਰਚੇ ਤਾਂ ਕਰਨੇ ਪੈਣਗੇ, ਫੈਸਲੇ ਤਾਂ ਲੈਣੇ ਪੈਣਗੇ। ਲਊਗਾ ਕੌਣ? ਬਿੱਲੀ ਦੇ ਗਲ ਦੇ ਵਿੱਚ ਟੱਲੀ ਕੋਈ ਨਹੀਂ ਬੰਨਦਾ ਹੁੰਦਾ, ਟੱਲੀ ਲੈ ਕੇ ਸਾਰੇ ਤੁਰੇ ਫਿਰਦੇ ਆ। ਸਾਡੇ ਸਮੇਤ ਸਾਰੇ ਹੀ ਟੱਲੀ ਖੜਕਾਈ ਜਾਂਦੇ ਆ ਤੇ ਇਹ ਸ਼ੁਣਸ਼ਣਾ ਸਿੱਧੂ ਸਾਹਿਬ ਕੋਲ ਵੀ ਆ। ਮੇਰਾ ਖਿਆਲ ਭਾਸਕਰ ਸਾਹਿਬ ਤੁਸੀਂ ਸਹਿਮਤ ਹੋਵੋਗੇ। ਬਿਲਕੁਲ ਠੀਕ ਗੱਲ ਕਹਿ ਰਹੇ ਹੋ, ਕਿਉਂਕਿ ਜਦ ਗੱਲ ਅੱਗੇ ਤੁਰਨ ਦੀ ਆਉਂਦੀ ਹੈ, ਕਾਗਜ਼ਾਂ ਦੇ ਵਿੱਚ ਬਲੂਪ੍ਰਿੰਟ ਤੇ ਬਹੁਤ ਬੰਦੇ ਤਿਆਰ ਕਰ ਲੈਂਦੇ ਨੇ। ਕਈ ਬੰਦੇ ਐਦਾਂ ਦੇ ਤੁਰੇ ਫਿਰਦੇ ਨੇ ਜਿਹੜੇ ਐਜੂਕੇਸ਼ਨ ਦੇ ਉੱਤੇ ਜਾਂ ਹੋਰ ਪੰਜਾਬ ਦੇ ਭੱਖ ਦੇ ਮੁੱਦਿਆਂ ਦੇ ਉੱਤੇ ਆਪਣੇ ਪੇਪਰਾਂ ਦੇ ਵਿੱਚ ਫਾਈਲ ਤਿਆਰ ਕਰਕੇ ਕਿ ਮੇਰੇ ਕੋਲ ਇਸ ਮਸਲੇ ਦਾ ਹੱਲ ਹੈ, ਉਹਨਾਂ ਦਾ ਕਲੇਮ ਵੀ ਹੁੰਦਾ ਹੈ। ਉਹ ਇਸ ਕਲੇਮ ਦੇ ਨਾਲ ਵੱਖ-ਵੱਖ ਪੋਲੀਟੀਕਲ ਪਾਰਟੀਆਂ ਵੀ ਜੁਆਇਨ ਕਰਦੇ ਨੇ ਕਿ ਸ਼ਾਇਦ ਇਹ ਆਮ ਆਦਮੀ ਪਾਰਟੀ ਨਵੀਂ ਆਈ ਹੈ, ਇਹਨਾਂ ਨੂੰ ਮੇਰਾ ਫਾਰਮੂਲਾ ਪਸੰਦ ਆਏਗਾ ਤੇ ਇਹ ਮੇਰੇ ਫਾਰਮੂਲੇ ਦੇ ਉੱਤੇ, ਮੇਰੇ ਸੋਲੂਸ਼ਨ ਦੇ ਉੱਤੇ ਅੱਗੇ ਵਧਣਗੇ ਤੇ ਮੈਨੂੰ ਵੀ ਬੰਦੀ ਤਵੱਜੋ ਮਿਲੇਗੀ। ਐਦਾਂ ਦੇ ਮੈਂ ਘੱਟ ਤੋਂ ਘੱਟ 10 ਤੋਂ ਜ਼ਿਆਦਾ ਲੋਕਾਂ ਨੂੰ ਜਾਣਨਾ ਜਿਨ੍ਹਾਂ ਦੇ ਕੋਲ ਵਾਕਈ ਪੰਜਾਬ ਦੀ ਸਮੱਸਿਆਵਾਂ ਦਾ ਹੱਲ ਸੀਗਾ ਔਰ ਉਹਨਾਂ ਹੱਲਾਂ ਨੂੰ ਆਪਣੇ ਆਪ ਵਿੱਚ ਇੱਕ ਫਾਈਲ ਦੇ ਰੂਪ ਵਿੱਚ ਉਹ ਕਈ ਜਗ੍ਹਾ ਲੈ ਕੇ ਵੀ ਗਏ, ਪਰ ਕਿਸੇ ਨੇ ਕੋਈ ਤਵੱਜੋ ਨਹੀਂ ਦਿੱਤੀ। ਕਿਉਂਕਿ ਇਹ ਪ੍ਰੋਬਲਮ ਨੂੰ ਹੀ ਖਤਮ ਕਰਦਾ ਤੇ ਫਿਰ ਉਹਦੇ ਸੋਲੂਸ਼ਨ ਦੇ ਵਿੱਚ ਕਿੰਨਾ ਕੁ ਮਜ਼ਾ ਆਏਗਾ। ਮੈਨੂੰ ਇਹ ਲੱਗਦਾ ਹੈ ਕਿ ਵੀ ਲੋਕ ਬੜੇ ਸਮਝਦਾਰ ਨੇ ਔਰ ਜਿਹੜੀ ਸਿੱਖ ਤੁਸੀਂ ਸਿੱਧੂ ਸਾਹਿਬ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ, ਉਹ ਬੜੀ ਢੁਕਵੇਂ ਤਰੀਕੇ ਨਾਲ, ਭਾਵੇਂ ਸਿੱਧੂ ਸਾਹਿਬ ਤੇ ਨਾ ਸਮਝਣ ਪਰ ਲੋਕ ਜ਼ਰੂਰ ਸਮਝ ਗਏ ਕਿ ਲੋਕਾਂ ਨੂੰ ਇਸ ਟਾਈਮ ਸਮੱਸਿਆ ਗਿਣਾਉਣ ਵਾਲਿਆਂ ਦੀ ਲੋੜ ਨਹੀਂ, ਉਹਨਾਂ ਸਮੱਸਿਆ ਦੇ ਹੱਲ ਕਰਨ ਵਾਲਿਆਂ ਦੀ ਲੋੜ ਹੈ। ਔਰ ਉਹ ਜਿਹੜੀ ਟੱਲੀ ਵਾਲੀ ਗੱਲ ਤੁਸੀਂ ਕਹੀ ਹੈ, ਵਾਕਈ ਟੱਲੀ ਬੰਨੀ ਬਹੁਤ ਔਖੀ ਹੈਗੀ ਹੈ। ਔਰ ਉਹ ਵੀ ਟੱਲੀ ਉਹਨਾਂ ਦੇ ਗਲੇ ਦੇ ਵਿੱਚ ਜਿਹੜੇ ਤੁਹਾਡੇ ਆਪਣੇ ਨੇ, ਜਿਹੜੇ ਤੁਹਾਡੀ ਗੱਡੀ ਚਲਾਉਂਦੇ ਹੁੰਦੇ ਨੇ, ਜਿਹੜੇ ਤੁਹਾਡੀ ਗੱਡੀ ਦੇ ਵਿੱਚ ਤੁਹਾਡੇ ਨਾਲ ਬੈਠੇ ਹੁੰਦੇ ਨੇ, ਉਹਨਾਂ ਲੋਕਾਂ ਦੇ ਖਿਲਾਫ ਤੇ ਐਕਸ਼ਨ ਲੈਣਾ ਵਾਕਈ ਇੱਕ ਬੜਾ ਮੁਸ਼ਕਿਲ ਕੰਮ ਬਣ ਜਾਂਦਾ ਹੈ। ਜਦੋਂ ਤੁਸੀਂ ਇਹ ਐਕਸ਼ਨ ਲੈਣ ਦੀ ਤਿਆਰੀ ਕਰੋਗੇ ਤੇ ਉਹ ਤੁਹਾਡੀ ਗੱਡੀ ਖਾਲੀ ਨਹੀਂ ਹੋਏਗੀ, ਬਲਕਿ ਤੁਹਾਡੀ ਗੱਡੀ ਦੇ ਮਗਰ ਬਹੁਤ ਸਾਰੇ ਲੋਕ ਇੱਦਾਂ ਦੇ ਲੱਗ ਜਾਣਗੇ ਜਿਹੜੇ ਕਹਿਣਗੇ ਕਿ ਵੀ ਸਿੱਧੂ ਹੁਣ ਗਲਤ ਕਰ ਰਿਹਾ ਹੈ। ਔਰ ਜਦ ਉਹ ਕਹਿਣਗੇ ਗਲਤ ਕਰ ਰਿਹਾ ਹੈ, ਫਿਰ ਤੁਹਾਡੇ ਵਾਸਤੇ ਪੋਲੀਟੀਕਲੀ ਅੱਗੇ ਚੱਲਣਾ ਬੜਾ ਔਖਾ ਹੋ ਜਾਏਗਾ। ਕੰਮ ਬੜਾ ਔਖਾ ਹੈ ਸਿੱਧੂ ਸਾਹਿਬ ਜਿਹੜਾ ਤੁਸੀਂ ਫੜ ਰਹੇ ਹੋ। ਜੇ ਕਰ ਸਕਦੇ ਹੋ ਤੇ ਅੱਗੇ ਵਧੋ, ਜੇ ਨਹੀਂ ਕਰ ਸਕਦੇ ਹੋ ਤੇ ਫਿਰ ਲੋਕਾਂ ਨੂੰ ਐਂ ਹੀ ਆਸ ਨਾ ਦਿਓ, ਕਿਉਂਕਿ ਅਗਰ ਤੁਸੀਂ ਐਂ ਹੀ ਆਸ ਦਿੱਤੀ ਤੇ ਤੁਹਾਡੇ ਤੇ ਹੋਰਾਂ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਣਾ। ਭਾਸਕਰ ਸਾਹਿਬ, ਕੇਜਰੀਵਾਲ ਦੇ ਸ਼ਬਦ ਹੁੰਦੇ ਆ ਹਮੇਸ਼ਾ ਕਿ ਇਹ ਕੋਈ ਰਾਕਟ ਸਾਇੰਸ ਨਹੀਂ ਹੈ। ਉਹ ਜਦੋਂ ਵੀ ਕਿਸੇ ਮਸਲੇ ਤੇ ਗੱਲ ਕਰਦੇ ਆ ਨਾ, ਉਹ ਕਹਿੰਦੇ ਹੁੰਦੇ ਆ ਕਿ ਇਹ ਕੋਈ ਰਾਕਟ ਸਾਇੰਸ ਨਹੀਂ, ਹੋ ਸਕਦਾ। ਸੋ ਮੈਨੂੰ ਵੀ ਇੰਝ ਲੱਗਦਾ ਹੈ ਕਿ ਸਿੱਧੂ ਸਾਹਿਬ ਲਈ ਪੰਜਾਬ ਦੇ ਮਾਮਲੇ 'ਚ ਸਿਰਫ ਇੰਨਾ ਹੀ ਸਮਝ ਲੈਣਾ ਕਾਫੀ ਹੈ ਕਿ ਜੇ ਕੋਈ 1.5 ਜਾਂ 2 ਲੱਖ ਤਨਖਾਹ ਵਾਲਾ 2-2.5 ਕਰੋੜ ਦੀ ਅਸਾਸੇ ਇਕੱਠੇ ਕਰੀ ਫਿਰਦਾ ਹੈ, ਜੇ ਕੋਈ ਪੋਲੀਟੀਸ਼ੀਅਨ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਤੇ ਸਰਕਾਰੀ ਕਾਰੋਬਾਰ ਨੁਕਸਾਨ ਕਿੰਨੇ ਹੋ ਜਾਣ ਵੱਖਰੀ ਗੱਲ ਆ, ਉਹ ਆਪਣੇ ਕਾਰੋਬਾਰ ਵਧੀਆ ਫਿੱਟ ਕਰ ਜਾਂਦਾ, ਭਾਵੇਂ ਟਰਾਂਸਪੋਰਟ ਹੋਵੇ, ਹੋਟਲ ਇੰਡਸਟਰੀ ਹੋਵੇ, ਬਹੁਤ ਸਾਰੇ ਧੰਦੇ ਐਸੇ ਆ। ਔਰ ਮੈਂ ਤਾਂ ਐਜੂਕੇਸ਼ਨ ਨੂੰ ਵੀ ਕਹੂੰਗਾ, ਅਸੀਂ ਵੀ ਲੋਕ ਇਹਨਾਂ ਕਾਰੋਬਾਰਾਂ 'ਚ ਸ਼ਾਮਲ ਹੈਗੇ ਆ ਕਿ ਜਿੱਥੇ ਸਰਕਾਰੀ ਕਾਰੋਬਾਰ ਬਿਜ਼ਨਸ ਮਰਿਆ ਤੇ ਪ੍ਰਾਈਵੇਟ ਪਲੇਅਰ ਤਗੜੇ ਹੋਏ,
ਉੱਥੇ ਦੇਖਣ ਦੀ ਲੋੜ ਆ ਕਿ ਉੱਥੇ ਸਰਪ੍ਰਸਤੀ ਕਿਹਦੀ ਸੀਗੀ। ਸੋ ਸਿੱਧੂ ਸਾਹਿਬ ਇਹ ਫੈਸਲਾ ਤਾਂ ਲੈਣਾ ਪਊ ਕਿ ਉੱਪਰ ਬੈਠ ਕੇ ਤੁਹਾਨੂੰ ਸਭ ਇੰਨੀ ਕੁ ਸਖਤੀ ਕਰਨੀ ਪਊਗੀ, ਜਿੰਨੀ ਬਿਊਰੋਕ੍ਰੇਸੀ ਹੈ, ਜਿੰਨੀ ਅਫਸਰਸ਼ਾਹੀ ਹੈ, ਭਾਵੇਂ ਉਹ ਕਿਸੇ ਵੀ ਤਰ੍ਹਾਂ ਦੀ ਹੈ। ਦੇਖਣਾ ਤਾਂ ਇਹ ਹੈ ਕਿ ਕਿਸੇ ਦੀ ਸੈਲਰੀ 1.5 ਲੱਖ ਹੈ, ਲੇਕਿਨ ਉਹਦੇ ਹੱਥ 'ਚ ਫੋਨ ਵੀ 1.5 ਲੱਖ ਦਾ ਹੈ। ਉਹ ਸੈਮਸੰਗ ਦੇ ਫੋਲਡ ਕੀਤੇ ਕਰਨ ਵਾਲੇ ਫੋਨ ਜਿਹੜੇ 1.5 ਲੱਖ ਦੇ ਆਉਂਦੇ ਆ, ਤੇ ਆਈਫੋਨ ਜਿਹੜੇ 1.5 ਲੱਖ ਦੇ ਕਰੀਬ ਪਹੁੰਚਦੇ ਆ, ਮੈਂ ਉਹਨਾਂ ਸਾਰੇ ਹੱਥਾਂ 'ਚ ਦੇਖਦਾ। ਤੇ ਮੈਂ ਇਹ ਵੀ ਨਾਲ ਪੁੱਛਣਾ ਚਾਹੁੰਦਾ ਕਿ ਜੇ ਕੁਝ ਕਰਨਾ ਹੈ ਤਾਂ ਫਿਰ ਕਰਨ ਲਈ ਖੜੇ ਹੋ ਜਾਓ, ਅਦਰਵਾਈਜ਼ ਜਿੱਦਾਂ ਬਾਕੀ ਬੀਤ ਗਏ, ਬੀਤਣਾ ਤੁਹਾਡਾ ਵੀ ਲਾਜ਼ਮ ਹੈ। ਤੇ ਕਿਸੇ ਨੇ ਬਾਤ ਦੇ ਬਾਤ ਨਹੀਂ ਪੁੱਛਣੀ। ਕੋਈ ਸਿੱਧੂ ਹੁੰਦੇ ਸੀ, ਇਹੋ ਹੀ ਗੱਲ ਹੋਣੀ ਹੈ। ਪਰ ਜੇ ਸੱਚਮੁੱਚ ਮਨ ਹੈ ਤਾਂ ਫਿਰ ਹੁਣੇ ਹੀ ਕਰਨ ਦਾ ਵੇਲਾ, ਅੱਜ ਤੋਂ ਹੀ, ਕੱਲ ਤੋਂ ਵੀ ਨਹੀਂ, ਅੱਜ ਤੋਂ ਹੀ ਕਰਨ ਦਾ ਵੇਲਾ, ਕਿਉਂਕਿ ਤੁਹਾਡੀ ਸਰਕਾਰ ਦੀ ਮਜਬੂਰੀ ਆ ਕਿ ਉਹਨੂੰ ਤੁਹਾਡੀ ਮੰਨਣੀ ਪੈਣੀ ਆ। ਭਾਸਕਰ ਸਾਹਿਬ, ਆਪਾਂ ਗੱਲ ਤੇ ਕਰਨੀ ਸੀ ਸਿੱਧੂ ਸਾਹਿਬ ਦੇ ਖਿਲਾਫ ਜਿਹੜੀ ਉਹ ਕੰਟੈਂਪਟ, ਕ੍ਰਿਮੀਨਲ ਕੰਟੈਂਪਟ ਦਾ ਮਾਮਲਾ ਏਜੀ ਹਰਿਆਣਾ ਕੋਲ ਪੈਂਡਿੰਗ ਹੈ, ਜਿਹਦੇ ਉੱਤੇ ਉਹਨੇ ਅੱਗੇ ਕਾਰਵਾਈ ਕਰਕੇ, ਜੇ ਉਹਨਾਂ ਦਾ ਮਨ ਹੋਇਆ ਵੀ ਇਹ ਕੇਸ ਬਣਨ ਵਾਲਾ ਹੈ ਤਾਂ ਫਿਰ ਉਹ ਮਾਣਯੋਗ ਉੱਚ ਅਦਾਲਤ ਕੋਲ ਜਾਣਾ ਹੈ। ਪਰ ਇਹ ਸਵਾਲ ਬੜਾ ਟੇਢਾ ਹੈ ਕਿ ਪੰਜਾਬ ਦੇ ਇੱਕ ਨਸਲ ਤੇ ਭਾਰੂ ਪਿਆ ਨਸ਼ਾ, ਉਹਦੇ ਉੱਤੇ ਸਿਆਸਤ ਨਹੀਂ ਹੋਣੀ ਚਾਹੀਦੀ, ਉਹਦੇ ਉੱਤੇ ਹੁਣ ਐਕਸ਼ਨ ਹੋਣਾ ਚਾਹੀਦਾ ਹੈ। ਤੇ ਭਾਵੇਂ ਉਹ ਵਕੀਲ ਸਾਹਿਬ ਜਿਹੜੇ ਸਿੱਧੂ ਨੂੰ ਕਟਹਿਰੇ 'ਚ ਖੜੇ ਕਰਦੇ ਆ, ਚੰਗਾ ਹੋਵੇ ਜੇ ਉਹ ਵੀ ਜਾ ਕੇ ਕਿਸੇ ਨਾ ਕਿਸੇ ਰੂਪ 'ਚ ਅਦਾਲਤ ਅੱਗੇ ਹੱਥ ਬੰਨ ਕੇ ਕਹਿਣ ਕਿ ਜਿਹੜੇ ਵੀ ਦੋਸ਼ੀ ਨੇ ਇਸ ਨਸਲ ਕੁਸ਼ੀ ਲਈ, ਉਹਨਾਂ ਨੂੰ ਰੱਸਾ ਪਾ ਦਿਓ। ਹੁਣ ਦੇਰ ਹੋਏ ਤਾਂ ਆਪਾਂ ਬਹੁਤ ਦੇਰ ਹੋ ਜਾਊਗੀ। ਸੋ ਮੈਂ ਸਮਝਦਾ ਵੀ ਆਪਾਂ ਇਸ ਵਿਸ਼ੇ ਤੇ ਬਹੁਤੀ ਗੱਲ ਅੱਗੇ ਨਾ ਕਰੀਏ। ਹਰੇਕ ਦੇ ਟੈਕਨੀਕਲ ਪਹਿਲੂ ਹੋਣਗੇ, ਇਹ ਕੱਲ ਤੱਕ ਛੱਡ ਦਿੰਨੇ ਆ, ਇਸ ਬਹਿਸ ਨੂੰ ਅੱਗੇ ਵੱਧਦਾ ਰਹਿਣ ਦਿੰਨੇ ਆ ਕਿ ਕਿਹਦੇ ਇੱਥੇ ਕੀ ਇੰਟਰਸਟ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।